ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਸੰਗਤ ਜੀ, ਮੁਸਕਰਾਉਂਦਾ ਮੁਸਕਰਾਉਂਦਾ ਚਿਹਰਾ ਰੱਖੋ ਸਾਰੇ ਜਾਣੇ, ਸੋਹਣੇ ਲੱਗ ਰਹੇ ਹੋ। ਤੋ ਸੰਗਤ ਜੀ, ਅੱਜ ਦਾ ਅਸੀਂ ਟੌਪਿਕ ਲਿਆ ਹੈ ਐਂਗਜ਼ਾਇਟੀ ਦੇ ਉੱਤੇ। ਸੋ ਇਹ ਐਂਗਜ਼ਾਇਟੀ ਇੱਕ ਨਾਰਮਲ ਇਮੋਸ਼ਨ ਆ, ਸਾਡੇ ਅੰਦਰ ਪਰਮਾਤਮਾ ਨੇ ਪਾਇਆ ਹੋਇਆ, ਪਰ ਇਹ ਬਿਮਾਰੀ ਦਾ ਰੂਪ ਕਦੋਂ ਲੈ ਲੈਂਦਾ ਉਹਨੂੰ ਅਸੀਂ ਸਮਝਾਂਗੇ। ਐਂਗਜ਼ਾਇਟੀ ਦਾ ਮਤਲਬ ਘਬਰਾਹਟ, ਫਿਕਰ, ਚਿੰਤਾ, ਡਰ। ਇਹ ਮਾੜਾ ਇਮੋਸ਼ਨ ਨਹੀਂ ਹੈਗਾ। ਇਹ ਸਾਰੇ ਜਿਹੜੇ ਵੀ ਇਮੋਸ਼ਨਸ ਨੇ ਅੱਛੇ ਹੀ ਨੇ। ਥੋੜੀ ਚੀਜ਼ ਕਿਸੇ ਕੰਮ ਦਾ ਸਾਨੂੰ ਫਿਕਰ ਹੋਏਗਾ ਤਾਂ ਅਸੀਂ ਉਹਨੂੰ ਕਰ ਲਵਾਂਗੇ ਟਾਈਮ ਤੇ ਨਾ। ਕਿਸੇ ਚੀਜ਼ ਤੋਂ ਡਰ ਵੀ ਹੋਵੇਗਾ ਤਾਂ ਅਸੀਂ ਜਿਹੜਾ ਸਾਵਧਾਨ ਹੋ ਜਾਵਾਂਗੇ। ਇਹ ਸਾਰੇ ਜਿੰਨੇ ਰੱਬ ਨੇ ਸਾਡੇ ਅੰਦਰ ਇਮੋਸ਼ਨਸ ਪਾਏ ਨੇ ਸਾਰਿਆਂ ਦਾ ਸਾਨੂੰ ਫਾਇਦਾ ਆ। ਲੇਕਿਨ ਜਦੋਂ ਇਹ ਫਿਕਰ, ਚਿੰਤਾ, ਡਰ, ਘਬਰਾਹਟ ਵਧੀ ਜਾਂਦੀ ਹੈ, ਉਦੋਂ ਇਹ ਜਿਹੜਾ ਹੈ ਇਹ ਖਤਰਾ ਬਣਦਾ, ਉਦੋਂ ਬਿਮਾਰੀ ਦਾ ਰੂਪ ਇਹ ਧਾਰਨ ਕਰ ਜਾਂਦਾ। ਕਿਉਂਕਿ ਥੋੜਾ ਜਿਹਾ ਦੇਖੋ, ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੋਵੇ, ਅੰਦਰ ਫਿਕਰ ਹੁੰਦਾ, ਘਬਰਾਹਟ ਹੁੰਦੀ, ਡਰ ਵੀ ਹੁੰਦਾ, ਪਤਾ ਨਹੀਂ ਚੱਲਣਾ ਕਿ ਨਹੀਂ ਚੱਲਣਾ, ਉਹ ਨਾਰਮਲ ਆ। ਪਰ ਉਹ ਹਰ ਵੇਲੇ ਅਗਰ ਸਤਾ ਰਿਹਾ ਫਿਰ ਇਹ ਬਿਮਾਰੀ ਦਾ ਰੂਪ ਹੈ। ਕਿਸੇ ਕਿਤੇ ਇੰਟਰਵਿਊ ਦੇਣੀ ਹੈ, ਐਗਜ਼ਾਮਸ ਦਾ ਡਰ ਹੁੰਦਾ ਆ, ਇਹ ਸਾਰੀਆਂ ਚੀਜ਼ਾਂ ਨਾਰਮਲ ਆ, ਥੋੜਾ ਟਾਈਮ ਹੁੰਦੀਆਂ ਫਿਰ ਉਹ ਚਲੀਆਂ ਜਾਂਦੀਆਂ ਨੇ। ਲੇਕਿਨ ਅਗਰ ਇਹ ਲਗਾਤਾਰ ਸੋਚ ਬਣੀ ਜਾ ਰਹੀ ਹੈ, ਸਟ੍ਰੈਸ ਵਧੀ ਜਾ ਰਿਹਾ ਅੰਦਰ, ਔਰ ਉਹ ਬੰਦਾ ਜਿਹੜਾ ਉਹਦੇ ਇੰਨੇ ਵਿਚਾਰ ਚੱਲੀ ਜਾ ਰਹੇ ਨੇ, ਉਹ ਪਿਨ ਪੁਆਇੰਟ ਵੀ ਨਹੀਂ ਕਰ ਹੀ ਨਹੀਂ ਸਕ ਰਿਹਾ ਵੀ ਕੀ ਰੀਜ਼ਨ ਆ, ਮੈਨੂੰ ਇੰਨਾ ਸਟ੍ਰੈਸ ਕਿਉਂ ਵਧੀ ਜਾ ਰਿਹਾ, ਔਰ ਉਹਦਾ ਸੋਲੂਸ਼ਨ ਵੀ ਨਹੀਂ ਲੱਭ ਰਿਹਾ ਉਹਦਾ ਮਾਈਂਡ ਜਿਹੜਾ ਆ, ਫਿਰ ਸਮਝ ਲਓ ਇਹ ਬਿਮਾਰੀ ਦਾ ਰੂਪ ਧਾਰਨ ਕਰ ਗਿਆ। ਅਗਰ 6 ਮਹੀਨੇ ਅਗਰ ਲਗਾਤਾਰ ਇਹ ਜਿਹੜਾ ਸਪੀਡ ਚੱਲੀ ਜਾ ਰਹੀ ਥਾਟਸ ਦੀ, ਸਟ੍ਰੈਸ ਵਧੀ ਜਾ ਰਿਹਾ 6 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਜਾਵੇ, ਫਿਰ ਸਮਝ ਲਓ ਵੀ ਇਹ ਬਿਮਾਰੀ ਦਾ ਰੂਪ ਧਾਰਨ ਕਰ ਗਿਆ। ਇਹ ਹੁਣ ਨਾਰਮਲ ਇਮੋਸ਼ਨ ਨਹੀਂ ਹੈ, ਸਾਡੇ ਉਹਦੇ ਵਿੱਚ ਨਹੀਂ ਰਿਹਾ, ਇਹ ਬਿਮਾਰੀ ਹੈ। ਹੁਣ ਸਾਨੂੰ ਫਿਰ ਇਹਦਾ ਧਿਆਨ ਦੇਣਾ ਪੈਣਾ। ਤੋ ਇਹਦੀਆਂ ਨਿਸ਼ਾਨੀਆਂ ਕੀ ਨੇ, ਹਨਾ? ਸਾਨੂੰ ਕਿਵੇਂ ਪਤਾ ਚੱਲੇ ਵੀ ਸਾਨੂੰ ਐਂਗਜ਼ਾਇਟੀ ਹੋ ਗਈ ਹੈ, ਤੇ ਜਿਹੜਾ ਸਾਨੂੰ ਇਹਦਾ ਧਿਆਨ ਰੱਖਣਾ ਪੈਣਾ ਹੈ। ਵੈਸੇ ਤਾਂ ਡਰ, ਫਿਕਰ, ਚਿੰਤਾ, ਗੁਰਬਾਣੀ ਤਾਂ ਸਾਨੂੰ ਕਹਿੰਦੀ ਇਸ ਤੋਂ ਤੁਸੀਂ ਪਾਰ ਰਹੋ, ਪਰ ਫਿਰ ਵੀ ਅਗਰ ਬੰਦੇ ਨੂੰ ਥੋੜਾ ਬਹੁਤ ਆਉਂਦਾ, ਉਹਦੇ ਵਿੱਚੋਂ ਨਿਕਲ ਜਾਂਦਾ ਤਾਂ ਇਟਸ ਓਕੇ। ਪਰ ਸਾਨੂੰ ਕਿਵੇਂ ਪਤਾ ਚੱਲੇ ਵੀ ਸਾਨੂੰ ਹੁਣ ਜਿਹੜਾ ਇਹ ਬਿਮਾਰੀ ਦਾ ਰੂਪ ਧਾਰਨ ਕਰ ਗਿਆ? ਉਹਦੇ ਵਿੱਚ ਜਿਹੜੀ ਜਨਰਲ ਐਂਗਜ਼ਾਇਟੀ ਆ ਤੇ ਇੱਕ ਜਦੋਂ ਪੈਨਿਕ ਆ ਜਾਂਦਾ, ਉਹ ਦੋਨਾਂ ਦੇ ਅਲੱਗ-ਅਲੱਗ ਨਿਸ਼ਾਨੀਆਂ ਨੇ। ਜਿਹੜੀ ਜਨਰਲ ਹੈਗੀ ਆ, ਇਹਦੇ ਸਿੰਪਟਮਸ ਇਹ ਹੈਗੇ ਆ ਵੀ ਤੁਹਾਡੀ ਹਾਰਟ ਰੇਟ ਜਿਹੜੀ ਵੱਧਦੀ ਹੈ, ਲਗਾਤਾਰ ਵਧੀ ਜਾ ਰਹੀ ਹੈ, ਔਰ ਤੇਜ਼ ਸਾਹ ਵੀ ਚੱਲਣ ਲੱਗ ਜਾਂਦੇ ਨੇ। ਇਹ ਨਿਸ਼ਾਨੀਆਂ ਨੇ, ਅਸੀਂ ਸਾਰੇ ਨੋਟ ਕਰ ਲਈਏ। ਹੁਣ ਥੋੜਾ ਫਿਕਰ, ਡਰ, ਚਿੰਤਾ ਉਹਨੂੰ ਨਾ ਕਿਤੇ ਲੈ ਲਿਓ ਵੀ ਸ਼ਾਇਦ ਮੈਨੂੰ ਬਿਮਾਰੀ ਹੈ। ਸੋ ਇਹ ਜਿਹੜੀਆਂ ਨਿਸ਼ਾਨੀਆਂ ਅਗਰ ਤੁਹਾਡੇ ਵਿੱਚ ਆ ਰਹੀਆਂ ਨੇ, ਫਿਰ ਤੁਸੀਂ ਜ਼ਰੂਰ ਇਹਦਾ ਜਿਹੜਾ ਧਿਆਨ ਦੇਣਾ ਪੈਣਾ ਹੈ। ਬੇਚੈਨੀ, ਰੈਸਟਲੈਸ, ਹੈ ਨਾ, ਉਹ ਰੈਸਟਲੈਸਨੈਸ ਫੀਲ ਕਰੀ ਜਾਣਾ, ਬੇਚੈਨ ਜਿਹਾ, ਅੰਦਰੋਂ ਚੈਨ ਹੀ ਨਹੀਂ ਆ ਰਹੀ ਕੋਈ। ਸੋ ਧਿਆਨ ਵੀ ਨਹੀਂ ਲੱਗ ਰਿਹਾ, ਕਿਸੇ ਵੀ ਕੰਮ ਵਿੱਚ ਨਹੀਂ ਧਿਆਨ ਲੱਗ ਰਿਹਾ, ਫੋਕਸ ਹੀ ਨਹੀਂ ਕਰ ਪਾ ਰਿਹਾ, ਨਾ ਪੜ੍ਹਾਈ 'ਚ, ਨਾ ਕੋਈ ਵੀ ਕੰਮ ਜੋ ਵੀ ਕਰ ਰਹੇ ਹਾਂ ਉਹਦੇ 'ਚ ਕੋਈ ਇੰਟਰਸਟ ਨਹੀਂ ਹੈਗਾ, ਕੋਈ ਧਿਆਨ ਨਹੀਂ ਹੈ। ਤੇ ਹੋਰ ਇਹਦਾ ਜਿਹੜਾ ਅਸਰ ਪੈਂਦਾ ਕਿ ਸੌਣ ਦੇ ਵਿੱਚ ਜਿਹੜੀ ਡਿਫਿਕਲਟੀ ਆਉਂਦੀ ਹੈ, ਨੀਂਦ ਨਹੀਂ ਆਉਂਦੀ ਪ੍ਰੋਪਰ। ਤੇ ਇਹ ਜਿਹੜੀਆਂ ਇਹ ਜਨਰਲ ਆ। ਅਗਰ ਇਹ ਜਿਹੜਾ ਅਟੈਕ ਆ ਜਾਂਦਾ ਐਂਗਜ਼ਾਇਟੀ ਦਾ, ਉਹਦੀਆਂ ਕੀ ਨਿਸ਼ਾਨੀਆਂ ਨੇ? ਤੁਸੀਂ ਜਿਹੜਾ ਫੀਲਿੰਗਸ ਫੇਂਟ, ਮਤਲਬ ਸਿਰ ਚੱਕਰਾਣਾ, ਡਿਜ਼ੀਨੈਸ, ਹੈ ਨਾ, ਚੱਕਰ ਆਉਣੇ, ਤਣਾਵ, ਅੰਦਰ ਸਟ੍ਰੈਸ ਜਿਹੜਾ ਉਹ ਬਹੁਤ ਜ਼ਿਆਦਾ ਵਧੀ ਜਾਣਾ, ਡਰਾਈ ਮਾਊਥ, ਮੂੰਹ ਸੁੱਕੀ ਜਾਣਾ, ਸਵੈਟਿੰਗ, ਪਸੀਨਾ ਆ ਜਾਣਾ, ਇਹ ਅਟੈਕ ਜਦੋਂ ਹੁੰਦਾ ਫਿਰ ਇਹ ਨਿਸ਼ਾਨੀਆਂ ਨੇ ਇਹਦੀਆਂ। ਔਰ ਤੁਹਾਨੂੰ ਕੀ ਹੁੰਦਾ, ਕੰਬਣੀ ਵੀ ਛਿੜ ਸਕਦੀ ਹੈ, ਅਚਾਨਕ ਗਰਮੀ, ਉਸ ਗਰਮੀ ਲੱਗ ਕੇ ਉਹ ਜਿਹੜੀ ਸਵੈਟਿੰਗ ਵੀ ਹੋ ਜਾਂਦੀ ਹੈ। ਤੇ ਇਹਦੇ ਵਿੱਚ ਬੇਚੈਨੀ, ਡਰ, ਫਿਕਰ, ਚਿੰਤਾ, ਔਰ ਨੰਬਨੈਸ, ਬਾਡੀ ਜਿਹੜੀ ਸੁੰਨ ਜਿਹੀ ਹੋਣ ਲੱਗ ਜਾਂਦੀ ਹੈ। ਤੇ ਫਿਕਰ ਤਾਂ ਹੈ ਹੀ ਹੈ, ਨਾਲ ਡਾਊਟ ਵੀ, ਸ਼ੱਕ ਵੀ। ਸੋ ਇਹ ਸਾਰਾ ਕੁਝ ਉਦੋਂ ਫਿਰ ਇਹ ਨਾਲ ਆਉਂਦਾ ਅਟੈਕ ਦੇ। ਸੋ ਇਹਦਾ ਇਹ ਨਹੀਂ ਕਿ ਇਹਦਾ ਇਲਾਜ ਨਹੀਂ ਹੈਗਾ, ਇਹ ਟ੍ਰੀਟੇਬਲ ਹੈ। ਅਮਰੀਕਾ ਦੀ 2001 ਦੀ ਰਿਸਰਚ ਇਹ ਕਹਿ ਰਹੀ ਹੈ, ਪਹਿਲਾਂ ਵੀ ਉਹਨਾਂ ਨੇ ਕਿਹਾ ਲੇਕਿਨ ਹੁਣ ਲੇਟੈਸਟ ਵੀ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਹੈ ਟ੍ਰੀਟੇਬਲ ਆ, ਇਹਦਾ ਇਲਾਜ ਹੋ ਸਕਦਾ। ਇਹ ਨਾ ਤੁਸੀਂ ਸੋਚਿਓ ਮੈਨੂੰ ਹੋਲ ਲਾਈਫ ਇਹ ਚੱਲਣੀ।
ਔਰ ਬਿਨਾਂ ਦਵਾਈ ਤੋਂ ਵੀ ਠੀਕ ਹੋਇਆ ਜਾ ਸਕਦਾ। ਜਦੋਂ ਬਹੁਤ ਜ਼ਿਆਦਾ ਵੱਧ ਜਾਵੇ ਫਿਰ ਤੁਹਾਨੂੰ ਦਵਾਈ ਲੈਣੀ ਵੀ ਪੈ ਸਕਦੀ ਹੈ। ਪਰ ਉਹਨਾਂ ਨੇ ਕਿਹਾ ਦਵਾਈਆਂ ਤੋਂ ਤੁਸੀਂ ਬਚੋ। ਕਿਉਂਕਿ ਦਵਾਈਆਂ ਜਿਹੜੀਆਂ ਇਹਦੀਆਂ ਹੈਗੀਆਂ ਨੇ ਮੈਡੀਸਿਨਸ ਜਿਹੜੀਆਂ ਨੇ ਨਾ, ਉਹ ਤੁਹਾਨੂੰ ਟੈਂਪਰੇਰੀ ਤਾਂ ਰਿਲੀਫ ਕਰ ਦਿੰਦੀਆਂ, ਪਰ ਤੁਹਾਨੂੰ ਇੰਨਾ ਉਦੋਂ ਚੰਗਾ ਲੱਗਦਾ, ਤੁਹਾਨੂੰ ਚੈਨ ਜਿਹੀ ਆ ਜਾਂਦੀ ਆ ਉਹ ਮੈਡੀਸਨ ਜਦੋਂ ਮਿਲਦੀ ਆ ਤੁਹਾਨੂੰ, ਲੈ ਲੈਂਦੇ ਹੋ। ਫਿਰ ਤੁਹਾਨੂੰ ਲੱਗਦਾ ਇਹ ਤਾਂ ਸੌਖਾ ਹੀ ਮੈਥਡ ਆ, ਮੇਰੀ ਘਬਰਾਹਟ, ਮੇਰੀ ਫਿਕਰ, ਮੇਰੀ ਚਿੰਤਾ, ਮੇਰਾ ਸਟ੍ਰੈਸ ਜਿਹੜਾ ਮੈਨੂੰ ਇੰਨਾ ਅੰਦਰੋਂ ਬੇਚੈਨ ਕੀਤਾ ਹੋਇਆ, ਤਾਂ ਸੌਖਾ ਹੀ ਮੈਥਡ ਆ, ਹੁਣ ਤਾਂ ਮੈਂ ਸਾਰਾ ਕੁਛ ਹੀ ਭੁੱਲ ਹੀ ਗਿਆ ਹਾਂ। ਪਰ ਇਹਦੀ ਐਡਿਕਸ਼ਨ ਹੋਣ ਦੇ ਖਤਰੇ ਬਹੁਤ ਜ਼ਿਆਦਾ ਨੇ। ਤੁਸੀਂ ਮੈਡੀਸਨ ਤੇ ਲੱਗ ਸਕਦੇ ਹੋ। ਸੋ ਇਹਦੇ ਅਸੀਂ ਲੱਭਾਂਗੇ ਬਹੁਤ ਸੌਖੀਆਂ ਇਹਦੀਆਂ ਰੈਮੀਡੀਜ਼ ਨੇ, ਕਿਵੇਂ ਅਸੀਂ ਆਪਣੇ ਆਪ ਨੂੰ ਇਹਦੇ ਵਿੱਚੋਂ ਕੱਢ ਸਕਦੇ ਹਾਂ ਔਰ ਆਪਣੀ ਲਾਈਫ ਨੂੰ ਇੰਜੋਏ ਕਰ ਸਕਦੇ ਹਾਂ। ਕਿਉਂਕਿ ਇਹ ਜਿਹੜੀ ਐਂਗਜ਼ਾਇਟੀ ਹੈ, ਇਹ ਸਾਡਾ ਫਿਜ਼ੀਕਲ ਲੈਵਲ ਦੇ ਉੱਤੇ ਵੀ ਇਹਦਾ ਅਸਰ ਪੈਂਦਾ, ਸਾਡੇ ਮੈਂਟਲ ਲੈਵਲ ਤੇ ਵੀ, ਸਾਡੇ ਰਿਲੇਸ਼ਨਸ ਦੇ ਵਿੱਚ ਵੀ, ਸਾਡਾ ਕੌਨਫੀਡੈਂਸ ਵੀ ਜਿਹੜਾ ਘਟ ਜਾਂਦਾ ਆ, ਔਰ ਸਾਡੀ ਸੋਸ਼ਲ ਲਾਈਫ ਹੀ ਜਿਹੜੀ ਆ ਉਹਦੇ ਉੱਤੇ ਵੀ ਇਹਦਾ ਬੜਾ ਅਸਰ ਪੈਂਦਾ। ਸਾਡੀ ਹਰ ਜ਼ਿੰਦਗੀ ਦੇ ਪਹਿਲੂ ਦੇ ਉੱਤੇ ਇਹਦਾ ਅਸਰ ਜਿਹੜਾ ਇਹ ਪੈਂਦਾ ਹੀ ਪੈਂਦਾ ਹੈ। ਸੋ ਇਹ ਕਿੰਨੀ ਟਾਈਪਸ ਦੀਆਂ ਨੇ ਐਂਗਜ਼ਾਇਟੀਜ਼ ਸਾਨੂੰ ਪਤਾ ਹੋਵੇ, ਤਾਂ ਕਿ ਅਸੀਂ ਇਹਦਾ ਧਿਆਨ ਦੇਣਾ ਅਸੀਂ ਸ਼ੁਰੂ ਕਰੀਏ। ਪਹਿਲਾਂ ਤਾਂ ਹੈਗਾ ਪੈਨਿਕ ਡਿਸਆਰਡਰ ਹੋ ਜਾਂਦਾ। ਉਹਦੀਆਂ ਨਿਸ਼ਾਨੀਆਂ ਅਸੀਂ ਸੁਣ ਵੀ ਲਈਆਂ, ਇੱਕ ਵਾਰ ਫਿਰ ਸੁਣ ਲਈਏ। ਅਚਾਨਕ ਘਬਰਾਹਟ, ਚੈਸਟ ਪੇਨ, ਡਿਜ਼ੀਨੈਸ, ਸਵੈਟਿੰਗ, ਹਾਰਟ ਅਟੈਕ, ਲੱਗੇਗਾ ਕਿ ਮੈਨੂੰ ਹਾਰਟ ਅਟੈਕ ਹੋ ਜਾਣਾ। ਇੱਥੋਂ ਤੱਕ ਵੀ ਲੱਗੇਗਾ ਕਿ ਮੈਂ ਤਾਂ ਮਰ ਹੀ ਜਾਣਾ, ਹੁਣੇ ਹੀ ਮਰ ਜਾਣਾ। ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਔਰ ਹੋਰ ਇਹਦੀਆਂ ਨਿਸ਼ਾਨੀ ਕੀ, ਇਹਦੇ 'ਚ ਫੋਬੀਆ, ਇਹ ਟਾਈਪਸ ਨੇ, ਇਸ ਟਾਈਪ ਦੀ ਵੀ ਕਿਸੇ ਨੂੰ ਹੋ ਸਕਦੀ ਹੈ, ਕਿਸੇ ਨੂੰ ਫੋਬੀਆ ਦੀ ਵੀ ਹੋ ਸਕਦੀ ਹੈ। ਤੋ ਫੋਬੀਆ ਦੇ ਵਿੱਚ ਜਿਹੜਾ ਹੈ ਐਕਸੈਸਿਵ ਫੀਅਰ, ਜ਼ਿਆਦਾ ਡਰ, ਪਾਣੀ ਤੋਂ ਵੀ ਤੁਹਾਨੂੰ ਡਰ ਹੋ ਸਕਦਾ ਹੈ, ਉਚਾਈ ਤੋਂ ਵੀ ਹੋ ਸਕਦਾ ਹੈ ਨਾ। ਇਦਾਂ ਦੇ ਜਿਹੜੇ ਡਰ ਨੇ ਇਹ ਤੁਸੀਂ ਆਪਣਾ ਨੋਟ ਕਰ ਲਓ ਅਗਰ ਹੈ। ਸੋ ਪਲੇਨ 'ਚ ਸਫ਼ਰ ਨਹੀਂ ਕੋਈ ਕਈ ਕਰ ਸਕਦੇ ਹੁੰਦੇ। ਇਹ ਕੋਈ ਜਿਹੜਾ ਇਹ ਫੋਬੀਆ ਵਾਲਾ ਇਹ ਇੰਨਾ ਜ਼ਿਆਦਾ ਖਤਰਨਾਕ ਨਹੀਂ ਹੈਗਾ, ਇਹਦੇ ਵਿੱਚੋਂ ਬਾਹਰ ਛੇਤੀ ਆਇਆ ਜਾ ਸਕਦਾ। ਲੇਕਿਨ ਜਿਹੜੇ ਪੈਨਿਕ ਡਿਸਆਰਡਰ ਆ, ਇਹਨਾਂ ਤੇ ਥੋੜਾ ਜ਼ਿਆਦਾ ਟਾਈਮ ਕੰਮ ਕਰਨਾ ਸਾਨੂੰ ਪੈਣਾ ਹੈ। ਸੋ ਜਿਵੇਂ ਕਿਸੇ ਨੂੰ ਐਲੀਵੇਟਰ ਦੇ ਵਿੱਚ, ਲਿਫਟ ਵਿੱਚ ਨਹੀਂ ਜਾ ਸਕਦੇ, ਜਾਂ ਭੀੜ ਵਾਲੀ ਜਗ੍ਹਾ ਤੇ ਨਹੀਂ ਜਾ ਸਕਦੇ, ਹਨੇਰੇ ਤੋਂ ਡਰ ਆਉਂਦਾ ਆ। ਸੋ ਇਹ ਵੀ ਇਹ ਜਿਹੜਾ ਹੈ ਇਹ ਪੈਟਸ, ਜਿਵੇਂ ਕਿਸੇ ਦਾ ਦੇਖ ਲਿਆ, ਡੌਗ ਦੇਖ ਲਿਆ ਤਾਂ ਬਸ ਖਤਰਾ ਹੀ ਹੈ ਵੀ ਮੈਨੂੰ ਵੱਢੇਗਾ, ਮੈਨੂੰ ਕੱਟੇਗਾ। ਸੋ ਇਹ ਅੰਦਰ ਮਨ ਵਿੱਚ ਸੋਚੀ ਜਾਣਾ, ਚਾਹੇ ਬੈਠੇ ਨਾਰਮਲ ਗੱਲ ਵੀ ਕਰ ਰਹੇ ਹੋ ਪਰ ਅੰਦਰੋਂ ਨਾਰਮਲ ਨਹੀਂ ਤੁਸੀਂ ਹੈਗੇ। ਹੋਰ ਹੈਗਾ ਸੋਸ਼ਲ ਐਂਗਜ਼ਾਇਟੀ ਡਿਸਆਰਡਰ। ਸੋ ਪਬਲਿਕ ਪਲੇਸ ਤੇ ਨਹੀਂ ਤੁਸੀਂ ਜਾ ਸਕਦੇ, ਹਨਾ। ਜੇ ਜਾਓਗੇ ਵੀ ਤੁਸੀਂ ਇਹ ਸੋਚੀ ਜਾਣਾ ਲੋਕ ਮੈਨੂੰ ਜੱਜ ਕਰ ਰਹੇ ਆ, ਜਦ ਕਿ ਕੋਈ ਤੁਹਾਨੂੰ ਨਹੀਂ ਕਰ ਰਿਹਾ, ਸਭ ਨੂੰ ਆਪਣੀ ਆਪਣੀ ਪਈ ਹੋਈ ਹੈ। ਪਰ ਤੁਹਾਨੂੰ ਲੱਗ ਰਿਹਾ ਕਿ ਮੈਨੂੰ ਜੱਜ ਕੀਤਾ ਜਾ ਰਿਹਾ, ਮੈਨੂੰ ਦੇਖਿਆ ਜਾ ਰਿਹਾ, ਮੇਰੇ ਹੀ ਨੁਕਸ ਕੱਢੇ ਜਾ ਰਹੇ ਨੇ, ਮੈਂ ਅੱਛਾ ਨਹੀਂ ਆ ਉਹਨਾਂ ਸਾਰਿਆਂ ਦੇ ਵਿੱਚ। ਇਹ ਤੁਹਾਡੀਆਂ ਫੀਲਿੰਗਸ ਨੇ ਇਸ ਤਰ੍ਹਾਂ ਦੀਆਂ। ਤਾਂ ਤੁਸੀਂ ਅਗਲਾ ਹੈਗਾ ਵਿਵਿਡ ਫਲੈਸ਼ ਬਲੈਕ ਮੈਮਰੀ। ਇਹਦੇ ਵਿੱਚ ਤੁਸੀਂ ਉਹ ਪੁਰਾਣੀ ਕੋਈ, ਜਿੱਦਾਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਘਟਨਾ ਵਾਪਰੀ ਸੀ ਤੇ ਉਹਨੂੰ ਹੀ ਤੁਸੀਂ ਬਾਰ-ਬਾਰ ਯਾਦ ਕਰੀ ਜਾਂਦੇ ਹੋ, ਰਿਪੀਟ ਹੀ ਕਰੀ ਜਾ ਰਹੇ ਹੋ। ਮੰਨ ਲਓ ਕੋਈ ਡੈਥ ਦੇਖ ਲਈ, ਜਾਂ ਕੋਈ ਭੁਚਾਲ ਆ ਗਿਆ ਸੀ, ਕੋਈ ਤੂਫਾਨ ਆ ਗਿਆ ਸੀ, ਜਾਂ ਕੋਈ ਐਕਸੀਡੈਂਟ ਦੇਖ ਲਿਆ ਸੀ, ਜਾਂ ਕੋਈ ਇਦਾਂ ਦੀ ਘਟਨਾ ਜਿਹੜੀ ਤੁਹਾਡੇ ਕੋਲ ਨਹੀਂ ਬਰਦਾਸ਼ਤ ਹੋਈ, ਤੁਸੀਂ ਬਾਰ-ਬਾਰ ਹੀ ਉਹਨੂੰ ਅੰਦਰ ਆਪਣੇ ਯਾਦ ਕਰੀ ਜਾ ਰਹੇ ਹੋ, ਔਰ ਫਿਰ ਦੁਖੀ ਹੋਈ ਜਾ ਰਹੇ ਹੋ, ਔਰ ਇਹ ਤੁਹਾਨੂੰ ਫਿਰ ਪੈਨਿਕ ਅਟੈਕ ਤੱਕ ਵੀ ਇਹ ਲੈ ਜਾਂਦੀ ਹੈ ਚੀਜ਼। ਤੁਹਾਡੀ ਐਸੀ ਸੈਪਰੇਸ਼ਨ ਦੀ ਐਂਗਜ਼ਾਇਟੀ ਹੈਗੀ ਆ, ਆਪਣੇ ਇਹ ਡਿਸਆਰਡਰ ਵੀ ਹੋ ਜਾਂਦਾ, ਇਹ ਆਪਣੇ ਮੇਰੇ ਪਿਆਰੇ ਮੇਰੇ ਤੋਂ ਦੂਰ ਨਾ ਚਲੇ ਜਾਣ। ਬਹੁਤ ਜਾਣੇ ਨੂੰ ਹੁੰਦਾ, ਇਹ ਮਰ ਗਿਆ ਤਾਂ ਮੇਰਾ ਕੀ ਹੋਗਾ, ਇਦਾਂ ਸੋਚਦੇ ਹੋ, ਜਾਂ ਸਾਡਾ ਬੱਚਾ ਨਾ ਸਾਨੂੰ ਛੱਡ ਕੇ ਚੱਲ ਜਾਵੇ, ਇਸ ਤਰ੍ਹਾਂ ਦੀ। ਇਹ ਫਿਰ ਜ਼ਿਆਦਾ ਹੀ ਜਦੋਂ ਵਧੀ ਜਾ ਰਿਹਾ ਹੈ, ਇੱਕ ਨਾਰਮਲ ਥੋੜਾ ਜਿਹਾ ਆਣਾ ਥਾਟ, ਉਹ ਤੋਂ ਬਾਅਦ ਬੰਦਾ ਨਿਕਲ ਜਾਂਦਾ ਬਾਹਰ। ਪਰ ਅਗਰ ਤੁਹਾਨੂੰ ਇਹ ਚੀਜ਼ ਸਤਾਈ ਜਾ ਰਹੀ ਹੈ ਤਾਂ ਫਿਰ ਸਮਝ ਲਓ ਤੁਸੀਂ ਇਹ ਜਿਹੜਾ ਹੈ ਤੁਹਾਨੂੰ ਇਹ ਰੋਗ ਹੈ, ਇਹ ਬਿਮਾਰੀ ਹੈ। ਉਹ ਅਗਲਾ ਹੁੰਦਾ ਤੁਹਾਨੂੰ ਨੋ ਇੰਟਰਸਟ ਇਨ ਕਰੰਟ ਐਕਟੀਵਿਟੀਜ਼ ਦੇ ਵਿੱਚ। ਕੰਮ ਤਾਂ ਤੁਸੀਂ ਕਰ ਰਹੇ ਹੋ ਜੋ, ਪਰ ਤੁਹਾਡਾ ਇੰਟਰਸਟ ਨਹੀਂ ਹੈਗਾ, ਨਾ ਹੀ ਤੁਸੀਂ ਦੂਸਰਿਆਂ 'ਚ ਕੋਈ ਇੰਜੋਏ ਕਰ ਰਹੇ ਹੋ, ਨਾ ਹੀ ਆਪਣੇ ਆਪ ਦੇ ਵਿੱਚ। ਫਿਰ ਇਮੋਸ਼ਨਲ ਡਲਨੈਸ, ਤੁਹਾਡਾ ਜਿਵੇਂ ਜ਼ਿਆਦਾ ਅਫੈਕਸ਼ਨੇਟ ਨਹੀਂ ਰਹਿੰਦੇ, ਤੁਹਾਡੇ ਇਮੋਸ਼ਨਸ ਦੂਸਰੇ ਦੇ ਨਾਲ ਕਨੈਕਟ ਨਹੀਂ ਕਰ ਪਾਉਂਦੇ, ਕਿਉਂਕਿ ਤੁਸੀਂ ਤਾਂ ਆਪਣੇ ਵਿਚਾਰਾਂ ਵਿੱਚ ਚੱਲੇ ਹੋ, ਆਪਣੀ ਚੇਨ ਦੇ ਵਿੱਚ ਤੁਸੀਂ ਫਸੇ ਪਏ ਹੋ, ਤੁਸੀਂ ਨੈਗੇਟਿਵਿਟੀ ਵਿੱਚ ਸਟਕ ਹੋਏ ਪਏ ਹੋ। ਤੇ ਕਦੀ-ਕਦੀ ਫਿਰ ਬੰਦਾ ਵਾਇਲੈਂਟ ਵੀ ਹੋ ਜਾਂਦਾ ਹੈ, ਔਰ ਇਰੀਟੇਸ਼ਨ ਰਹਿੰਦੀ ਅੰਦਰ। ਔਰ ਇਹ ਫਿਰ ਅਮਰੀਕਾ ਦੀ ਰਿਸਰਚ ਔਰ ਕੈਨੇਡਾ ਦੀ ਰਿਸਰਚਸ ਇਹ ਕਹਿੰਦੀਆਂ ਨੇ, ਕੈਨੇਡਾ ਦੀ ਵੀ 21 ਦੀ, ਅਮਰੀਕਾ ਦੀ ਵੀ। ਕੈਨੇਡਾ ਦੀ ਗਵਰਨਮੈਂਟ ਦੀ ਰਿਸਰਚ ਆ, ਅਮਰੀਕਾ ਦੀ ਜਿਹੜੀ ਐਂਗਜ਼ਾਇਟੀ ਔਰ ਡਿਪਰੈਸ਼ਨ ਦੇ ਉੱਤੇ ਜਿਹੜੀ ਗਵਰਨਮੈਂਟ ਦੀ ਵੈਬਸਾਈਟ ਹੈ, ਉਹ ਇਹ ਕਹਿ ਰਹੇ ਨੇ ਕਿ
ਇਹਦੇ ਨਾਲ ਅਗਰ ਤੁਸੀਂ ਇਹਦਾ ਨਹੀਂ ਧਿਆਨ ਕਰਦੇ ਆਪਣੀ ਇਸ ਬਿਮਾਰੀ ਦਾ, ਫਿਰ ਤੁਹਾਨੂੰ ਨਾਲ ਹੋਰ ਵੀ ਬਿਮਾਰੀਆਂ ਲੱਗ ਜਾਣੀਆਂ ਨੇ। ਸੋ ਇਸ ਕਰਕੇ ਇਹਦਾ ਕਈ ਵਾਰ ਉਹ ਕਹਿੰਦੇ ਨੇ, ਔਰ ਨਾਲ ਇਹ ਵੀ ਦੱਸਿਆ ਕਿ ਬੰਦਾ ਹੈਲਪ ਵੀ ਨਹੀਂ ਸੀਕ ਕਰਦਾ, ਕਿਉਂਕਿ ਉਹ ਕਿਸੇ ਨੂੰ ਦੱਸਣਾ ਹੀ ਨਹੀਂ ਚਾਹੁੰਦਾ ਮੇਰੇ ਅੰਦਰ ਆਹ ਚੱਲ ਰਿਹਾ ਆ। ਨਹੀਂ, ਉਹ ਕਹਿੰਦੇ ਤੁਸੀਂ ਹੈਲਪ ਸੀਕ ਕਰੋ, ਨਹੀਂ ਵੀ ਆਪਣੀ ਫੈਮਿਲੀ 'ਚ ਦੱਸਣਾ, ਫਰੈਂਡਸ ਨੂੰ ਨਹੀਂ ਦੱਸਣਾ, ਲੇਕਿਨ ਤੁਸੀਂ ਡਾਕਟਰ ਦੇ ਕੋਲ ਜਾਓ, ਤੁਸੀਂ ਆਪਣੀ ਫਿਜ਼ੀਓਥੈਰੇਪਿਸਟ ਦੇ ਕੋਲ ਜਾਓ, ਤੁਸੀਂ ਆਪਣੀ ਕਾਉਂਸਲਿੰਗ ਕਰਾਓ, ਤਾਂ ਕਿ ਉਹ ਤੁਹਾਨੂੰ ਇਹਦੇ ਵਿੱਚੋਂ ਬਾਹਰ ਕੱਢਣ ਵਿੱਚ ਤੁਹਾਡੀ ਹੈਲਪ ਕਰੇ। ਤੁਸੀਂ ਹੈਲਪ ਸੀਕ ਕਰੋ। ਸਭ ਤੋਂ ਪਹਿਲਾਂ ਤਾਂ ਹੈਗਾ ਆਪਣੀ ਫੈਮਿਲੀ ਦੇ ਵਿੱਚ ਹੀ ਸ਼ੇਅਰ ਕਰ ਲਓ, ਤਾਂ ਕਿ ਉਹਨਾਂ ਨੂੰ ਪਤਾ ਚੱਲੇ ਵੀ ਤੁਸੀਂ ਕਿਹਦੇ ਵਿੱਚ ਗੁਜ਼ਰ ਰਹੇ ਹੋ। ਉਹ ਨਹੀਂ ਤਾਂ ਤੁਹਾਨੂੰ ਨਾਰਮਲ ਸਮਝ ਕੇ ਨਾ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਚਾਹਣਗੇ ਕਿ ਤੁਹਾਡਾ ਬਿਹੇਵੀਅਰ ਉਸੇ ਤਰ੍ਹਾਂ ਦਾ ਹੀ ਹੋਵੇ। ਲੇਕਿਨ ਜਦੋਂ ਤੁਸੀਂ ਦੱਸੋਗੇ ਤਾਂ ਮੈਨੂੰ ਤੁਹਾਡੀ ਹੈਲਪ ਦੀ ਲੋੜ ਆ, ਤਾਂ ਫਿਰ ਉਹ ਤੁਹਾਨੂੰ ਅੰਡਰਸਟੈਂਡ ਕਰਨਗੇ, ਔਰ ਤੁਹਾਡੇ ਫਿਰ ਜਿਹੜੇ ਨੇ ਉਹ ਤੁਹਾਡਾ ਧਿਆਨ ਰੱਖਣਾ ਸ਼ੁਰੂ ਕਰ ਦੇਣਗੇ। ਅਗਰ ਤੁਸੀਂ ਨਹੀਂ ਸ਼ੇਅਰ ਕਰ ਰਹੇ, ਤਾਂ ਫਿਰ ਉਹ ਤੁਹਾਨੂੰ ਤਾਂ ਉਹ ਨਾਰਮਲੀ ਤੁਹਾਡੇ ਨਾਲ ਟਰੀਟ ਕਰਨਗੇ, ਜਿੱਦਾਂ ਕਦੀ ਗੁੱਸੇ ਵੀ ਹੋ ਲੈ, ਕਦੀ ਗੁੱਸੇ ਗਿਲੇ ਵੀ ਕਰ ਲੈ, ਨਹੀਂ ਤਾਂ ਫਿਰ ਉਹ ਤੁਹਾਨੂੰ ਅੰਡਰਸਟੈਂਡ ਕਰਨਗੇ। ਫਰੈਂਡਸ ਜਿਹੜੇ ਤੁਹਾਡੇ ਨੀਅਰ ਡੀਅਰਸ ਨੇ, ਉਹਨਾਂ ਨਾਲ ਤੁਸੀਂ ਸ਼ੇਅਰ ਕਰੋ, ਤਾਂ ਕਿ ਉਹ ਤੁਹਾਡੀ ਹੈਲਪ ਕਰਨ। ਸੋ ਇਹ ਜ਼ਰੂਰੀ ਹੈ। ਤਾਂ ਫਿਰ OCD ਵਰਗੀ ਬਿਮਾਰੀ ਵੀ ਉਹ ਕਹਿੰਦੇ ਨੇ ਹੋ ਸਕਦੀ, ਹੋਰ ਵੀ ਕਈ ਹੋ ਸਕਦੇ ਨੇ। OCD ਉਹ ਬਿਮਾਰੀ ਆ ਜਿਹਦੇ ਵਿੱਚ ਤੁਸੀਂ ਵਾਰ-ਵਾਰ ਹੱਥ ਧੋਈ ਜਾਂਦੇ ਹੋ, ਤੁਹਾਨੂੰ ਇਹ ਲੱਗ ਰਿਹਾ ਵੀ ਸਾਰੇ ਪਾਸੇ ਗੰਦਾ ਹੀ ਗੰਦਾ ਆ। ਤੁਸੀਂ ਡੋਰ ਲੌਕ ਵੀ ਕਰ ਦਿੱਤਾ, ਪਰ ਫਿਰ ਬਾਰ-ਬਾਰ ਚੈੱਕ ਕਰਨ ਜਾਓਗੇ, ਮੈਂ ਲੌਕ ਕਰ ਦਿੱਤਾ ਕਿ ਨਹੀਂ। ਤੁਸੀਂ ਘਰੋਂ ਲੌਕ ਕਰਕੇ ਚਲੇ ਵੀ ਗਏ ਹੋ, ਰਸਤੇ ਵਿੱਚ ਵੀ ਤੁਹਾਨੂੰ ਫਿਕਰ ਰਹਿਣਾ, ਪਤਾ ਨਹੀਂ ਮੈਂ ਲੌਕ ਕੀਤਾ ਕਿ ਨਹੀਂ ਕੀਤਾ। ਕਿੰਨੀ ਵਾਰ ਇਹੀ ਜਿਹੜਾ ਤੁਹਾਡੇ ਅੰਦਰ ਚੱਲੀ ਜਾਣਾ ਹੈ। ਸੋ ਤੁਸੀਂ ਆਪਣੀ ਲਾਈਫ ਨੂੰ ਫਿਰ ਇੰਜੋਏ ਨਹੀਂ ਕਰ ਪਾਉਂਦੇ। ਤੋ ਹੁਣ ਇਹਦਾ ਕੋਈ ਟੈਸਟ ਨਹੀਂ ਹੈਗਾ, ਇੱਕ ਟੈਸਟ ਨਹੀਂ ਹੈਗਾ ਵੀ ਬਲੱਡ ਟੈਸਟ ਕੀਤਾ ਜਾਵੇ ਔਰ ਪਤਾ ਚੱਲ ਜਾਵੇ ਕਿ ਤੁਹਾਨੂੰ ਐਂਗਜ਼ਾਇਟੀ ਹੈ। ਇਹਦਾ ਇਸ ਤਰ੍ਹਾਂ ਦਾ ਕੋਈ ਵੀ ਟੈਸਟ ਨਹੀਂ ਹੈਗਾ। ਸੋ ਇਹ ਜਿਹੜਾ ਡਾਕਟਰ ਤੁਹਾਡਾ ਫਿਜ਼ੀਕਲ ਲੈਵਲ 'ਤੇ, ਤੁਹਾਡਾ ਮੈਂਟਲ ਲੈਵਲ ਦੇ ਉੱਤੇ ਤੁਹਾਨੂੰ ਕੁਐਸਚਨਿੰਗ ਕਰਕੇ ਉਹ ਜਿਹੜਾ ਹੈ ਫਿਰ ਤੁਹਾਨੂੰ ਦੱਸਦਾ ਆ ਕਿ ਇਹ ਤੁਹਾਨੂੰ ਇਹ ਬਿਮਾਰੀ ਹੈ। ਸੋ ਇਸ ਨਿਸ਼ਾਨੀਆਂ ਤਾਂ ਹੁਣ ਅਸੀਂ ਸਾਰਿਆਂ ਜਾਣਿਆਂ ਨੇ ਦੇਖ ਹੀ ਲਈਆਂ। ਚਲੋ ਅਸੀਂ ਬਹੁਤਾ ਬਿਮਾਰੀ ਦੇ ਉੱਤੇ ਨਹੀਂ ਜਾਣਾ, ਇਹਦੀ ਬਹੁਤ ਡਿਟੇਲ ਹੈ, ਇਹ ਰਿਸਰਚਰਸ ਨੇ ਤਾਂ ਬਹੁਤ ਇਹਦੇ ਬਾਰੇ ਦੱਸਿਆ। ਸਾਨੂੰ ਹੁਣ ਪਤਾ ਚੱਲ ਗਿਆ, ਮੋਟੀਆਂ-ਮੋਟੀਆਂ ਨਿਸ਼ਾਨੀਆਂ ਅਸੀਂ ਸਮਝ ਲਈਆਂ ਨੇ। ਅਸੀਂ ਜਾਣਾ ਹੈ ਕਿ ਇਹਦੇ ਵਿੱਚੋਂ ਬਾਹਰ ਕਿਵੇਂ ਨਿਕਲੀਏ? ਇਹਦਾ ਟ੍ਰੀਟਮੈਂਟ ਕੀ ਹੈ? ਟ੍ਰੀਟਮੈਂਟ ਤੋਂ ਪਹਿਲਾਂ ਇਹਦੀਆਂ ਨੈਚੁਰਲ ਰੈਡੀਮੇਡਸ ਕੀ ਨੇ? ਵੀ ਨੈਚੁਰਲ ਤਰੀਕੇ ਨਾਲ ਅਸੀਂ ਕਿਵੇਂ ਠੀਕ ਹੋ ਸਕਦੇ ਹਾਂ? ਔਰ ਅਮਰੀਕਾ ਦੀ ਰਿਸਰਚ, ਕੈਨੇਡਾ ਦੀ ਰਿਸਰਚ ਵੀ ਇਹੀ ਕਹਿੰਦੀ ਵੀ ਤੁਸੀਂ ਨੈਚੁਰਲ ਰੈਮੇਡੀਜ਼ ਦੇ ਉੱਤੇ ਹੀ ਜ਼ਿਆਦਾ ਕੰਮ ਕਰੋ। ਅਗਰ ਫਿਰ ਵੀ ਤੁਹਾਡੇ 'ਤੇ ਨਹੀਂ ਕੰਮ ਕਰ ਰਹੀਆਂ, ਫਿਰ ਹੀ ਤੁਸੀਂ ਜਿਹੜਾ ਹੈ ਮੈਡੀਕੇਸ਼ਨ ਦੇ ਉੱਤੇ ਤੁਸੀਂ ਆਓ, ਦਵਾਈ ਫਿਰ ਲਓ। ਉਸ ਤੋਂ ਤੁਸੀਂ ਨਹੀਂ ਤਾਂ ਨੈਚੁਰਲ ਰੈਮੇਡੀਜ਼ ਦੇ ਉੱਤੇ ਆਓ। ਜਿਵੇਂ ਉਹ ਕਹਿੰਦੇ ਨੇ ਅਗਰ ਤੁਹਾਨੂੰ ਇਹ ਐਂਗਜ਼ਾਇਟੀ ਹੈ, ਫਿਰ ਕਈ ਵਾਰ ਤੁਸੀਂ ਕੀ ਕਰਦੇ ਹੋ, ਐਲਕੋਹਲ, ਸਿਗਰਟ ਇਹਨਾਂ ਦੇ ਸਹਾਰੇ ਲੈ ਲੈਂਦੇ ਹੋ। ਤੁਹਾਨੂੰ ਲੱਗਦਾ ਟੈਂਪਰੇਰੀ ਤੁਹਾਨੂੰ ਰਿਲੀਫ ਮਿਲ ਗਿਆ, ਪਰ ਫਿਰ ਤੁਹਾਨੂੰ ਇਹਨਾਂ ਦੀ ਐਡਿਕਸ਼ਨਸ ਹੋ ਸਕਦੀ ਹੈ, ਤੁਹਾਨੂੰ ਹੋਰ ਵੀ ਬਿਮਾਰੀਆਂ ਲੱਗ ਸਕਦੀਆਂ ਨੇ। ਇਹਨਾਂ ਚੀਜ਼ਾਂ ਤੋਂ ਬਚੋ। ਤੋ ਨੈਚੁਰਲ ਰੈਮੇਡੀਜ਼ ਦੇ ਵਿੱਚ ਅੱਜ ਦੀ ਵੈਸਟਰਨ ਸਾਇੰਸ ਵੀ ਇਹ ਗੱਲ ਕਹਿ ਰਹੀ ਹੈ ਕਿ ਤੁਸੀਂ ਮੈਡੀਟੇਸ਼ਨ ਕਰੋ। ਸੋ ਸਾਰੀ ਗੁਰਬਾਣੀ ਸਾਨੂੰ ਜਿਹੜੀ ਮੈਡੀਟੇਸ਼ਨ ਹੀ ਸਿਖਾਉਂਦੀ ਹੈ, ਨਾਮ ਜਪਣਾ, ਬੰਦਗੀ ਕਰਨਾ ਹੀ ਸਿਖਾਉਂਦੀ ਹੈ। ਹੋਰ ਵੀ ਬਹੁਤ ਸਾਰੇ ਉਹਨਾਂ ਨੇ ਪੁਆਇੰਟਸ ਸਾਨੂੰ ਦਿੱਤੇ ਨੇ, ਪਰ ਮੈਡੀਟੇਸ਼ਨ ਬਾਰੇ ਉਹ ਕਹਿ ਰਹੇ ਨੇ, ਕਿਉਂਕਿ ਮੈਡੀਟੇਸ਼ਨ ਦੇ ਵਿੱਚ ਜਿਹੜੀ ਹੈ ਸਾਡੀ ਥਾਟਸ ਦੀ ਸਪੀਡ ਜਿਹੜੀ ਸਲੋ ਹੋ ਜਾਂਦੀ ਹੈ, ਪਲੱਸ ਪੋਜ਼ਿਟਿਵਿਟੀ ਆਉਂਦੀ ਹੈ। ਔਰ ਐਂਗਜ਼ਾਇਟੀ ਤੋਂ ਇਸ ਰੋਗ ਤੋਂ ਨਿਕਲਣ ਦੇ ਲਈ ਵਿਚਾਰਾਂ ਦੀ ਸਪੀਡ ਸਲੋ ਹੋਣੀ ਬਹੁਤ ਜ਼ਰੂਰੀ ਹੈ, ਔਰ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ। ਸੋ ਮੈਡੀਟੇਸ਼ਨ ਇਹ ਸਾਨੂੰ ਹੈਲਪ ਦੇਣੀ ਹੀ ਦੇਣੀ ਹੈ। ਅਸੀਂ ਗੁਰਬਾਣੀ ਵਿੱਚੋਂ ਵੀ ਲਵਾਂਗੇ। ਤਾਂ ਬਸ ਇਹ ਇੱਕ ਪੁਆਇੰਟ ਲੈ ਲਿਆ ਕਿ ਮੈਡੀਟੇਸ਼ਨ, ਉਹ ਕਹਿੰਦੇ ਨੇ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ, ਚਾਹੇ 5 ਮਿੰਟ ਹੀ ਮਿਲਦਾ, ਜਾਂ ਤੁਹਾਨੂੰ ਲੱਗ ਰਿਹਾ ਤੁਹਾਡੇ ਬਹੁਤ ਥਾਟਸ ਚੱਲ ਰਹੇ ਨੇ, ਉਸੇ ਵਕਤ ਆਪਣੇ ਆਪ ਨੂੰ ਐਸੋਸੀਏਟ ਕਰੋ ਕਿਸੇ ਵੀ ਮੈਡੀਟੇਸ਼ਨ ਦੇ ਨਾਲ ਔਰ ਪੋਜ਼ਿਟਿਵ ਥਾਟਸ ਦੇ ਨਾਲ। ਸੋ ਮੈਂ ਕਹਿੰਦੀ ਐਸੋਸੀਏਟ ਕਰ ਲਓ ਗੁਰਬਾਣੀ ਦੇ ਕਿਸੇ ਸ਼ਬਦ ਦੇ ਨਾਲ, ਜਿਹਦੇ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੋਵੇ, ਜਿਹਦੇ ਨਾਲ ਤੁਹਾਨੂੰ ਚੜ੍ਹਦੀਆਂ ਕਲਾ ਵਾਲੀ ਸੋਚ ਹੁੰਦੀ ਹੋਵੇ, ਜਿਹਦੇ ਨਾਲ ਲੱਗਦਾ ਹੋਵੇ ਕਿ ਹਰ ਸਮੱਸਿਆ ਦਾ ਹੱਲ ਜਿਹੜਾ ਪਰਮਾਤਮਾ ਕੱਢਦਾ ਹੈ। ਕੋਈ ਵੀ ਇੱਦਾਂ ਦਾ ਤੁਸੀਂ ਸ਼ਬਦ, ਬਾਣੀ ਦੀਆਂ 2 ਪੰਕਤੀਆਂ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰ ਲਓ। ਮੂਲ ਮੰਤਰ, ਇਹਦੇ ਵਿੱਚ ਸ਼ਕਤੀ ਹੀ ਸ਼ਕਤੀ ਹੈ। ਇਹ ਨਿਰਭਉ ਕਰ ਦਿੰਦਾ ਹੈ, ਡਰ ਸਾਰੇ ਦੂਰ ਕਰ ਦਿੰਦਾ, ਨਿਰਵੈਰ ਕਰ ਦਿੰਦਾ, ਅੰਦਰੋਂ ਮੈਲਾਂ ਹੀ ਸਾਰੀਆਂ ਸਾਫ਼ ਕਰਕੇ ਰੱਖ ਦਿੰਦਾ। ਸੋ ਇਹਦੀ ਚੈਂਟਿੰਗ ਕਰੋ, ਇਹਨੂੰ ਬਾਰ-ਬਾਰ ਜਪੋ, ਉਹ ਫਿਰ ਉਹ ਚੇਨ ਟੁੱਟੇਗੀ। ਜਿਹੜੀ ਚੇਨ ਸਾਡੀ ਨੈਗੇਟਿਵਿਟੀ ਦੀ ਸੀ, ਡਰ ਦੀ, ਫਿਕਰ ਦੀ, ਘਬਰਾਹਟ ਦੀ, ਚਿੰਤਾ ਦੀ,
ਉਹ ਚੇਨ ਟੁੱਟੇਗੀ। ਸੋ ਬਾਣੀ ਦਾ ਤਾਂ ਜਿੰਨਾ ਮਰਜ਼ੀ ਅਸੀਂ ਸਹਾਰਾ ਲਈ ਜਾਈਏ। ਤੇ ਦੂਸਰਾ ਇਹ ਕਹਿੰਦੇ ਨੇ ਨੀਂਦ ਪੂਰੀ ਕਰੋ। ਹੁਣ ਨੀਂਦ ਪੂਰੀ ਇੱਕਦਮ ਨਹੀਂ ਹੋਣੀ, ਕਿਉਂਕਿ ਉਹ ਤਾਂ ਮੈਨੂੰ ਤਾਂ ਨੀਂਦ ਆ ਹੀ ਨਹੀਂ ਰਹੀ। ਉਹ ਤਾਂ ਫਿਕਰ, ਡਰ, ਚਿੰਤਾ, ਘਬਰਾਹਟ ਆ, ਡੀਪ ਸਲੀਪ ਵਿੱਚ ਉਹ ਤਾਂ ਜਾ ਹੀ ਨਹੀਂ ਰਿਹਾ ਪੇਸ਼ੈਂਟ ਜਿਹੜਾ ਹੈਗਾ। ਉਹਦੇ ਲਈ ਉਹ ਕਹਿੰਦੇ ਨੇ ਕਿ ਤੁਸੀਂ ਕੀ ਕਰੋ, ਨਾਈਟ ਟਾਈਮ ਦੀ ਰੂਟੀਨ ਬਣਾਓ ਵੀ ਇੰਨੇ ਵਜੇ ਬੈੱਡ ਤੇ ਮੈਂ ਸੌਣਾ ਹੀ ਸੌਣਾ ਆ। ਸੋ ਤੁਸੀਂ ਅਗਰ ਰੂਟੀਨ ਬਣਾਉਣ ਲੱਗ ਗਏ, ਤੁਹਾਡਾ ਜਿਹੜਾ ਬ੍ਰੇਨ ਆ ਇਹ ਤਿਆਰ ਹੋਣ ਲੱਗ ਜਾਣਾ ਆ। 14 ਤੋਂ 21 ਦਿਨ ਲੱਗਦੇ ਨੇ। ਸੋ ਸਾਰੇ ਸਿਸਟਮ ਨੂੰ ਸੈੱਟ ਹੋਣ ਲਈ ਸਾਡੀ ਬਾਡੀ ਦਾ ਇਹੋ ਜਿਹਾ ਇੱਕ ਸਿਸਟਮ 14 ਤੋਂ 21 ਦਿਨ ਲੱਗਣਗੇ ਤੁਹਾਨੂੰ। ਪਰ ਤੁਸੀਂ ਫਿਕਸ ਟਾਈਮ ਤੇ ਉੱਥੇ ਆਪਣੇ ਬੈੱਡ ਤੇ ਪਾਓ, ਸੌਣ ਦੀਆਂ ਸਾਰੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿਓ, ਫਿਰ ਤੁਹਾਨੂੰ ਨੀਂਦ ਜਿਹੜੀ ਹੈ ਉਸੇ ਟਾਈਮ ਤੇ ਆਉਣ ਲੱਗ ਜਾਵੇਗੀ। ਤੇ ਨੀਂਦ ਜਿਹੜੀ ਬਹੁਤ ਜ਼ਰੂਰੀ ਹੈ। ਤੇ ਐਕਸਰਸਾਈਜ਼ਸ, ਉਹ ਐਕਸਰਸਾਈਜ਼ਸ ਕਰੋ ਜਿਨ੍ਹਾਂ ਤੁਹਾਡੀ ਹਾਰਟ ਦੀ ਰੇਟ ਜਿਹੜੀ ਉਹ ਵਧੇ। ਇਹਦੇ ਵਿੱਚ ਇਹਨਾਂ ਨੇ ਦੱਸਿਆ ਆ ਇਹ ਵੀ ਤੁਸੀਂ ਡਾਂਸ ਕਰ ਸਕਦੇ ਹੋ, ਐਰੋਬਿਕਸ ਕਰ ਸਕਦੇ ਹੋ, ਜੋਗਿੰਗ ਕਰੋ, ਸਵਿਮਿੰਗ ਕਰੋ, ਬਾਈਸਾਈਕਲ ਵਾਲੀ ਕਰੋ, ਯੋਗਾ ਦੇ ਆਸਨ ਕਰੋ, ਪ੍ਰਾਣਾਯਾਮ ਕਰੋ। ਇਹ ਸਾਰਾ ਕੁਛ ਤੁਸੀਂ ਕੁਛ ਵੀ ਇਹਦੇ ਵਿੱਚੋਂ ਤੁਸੀਂ ਕਰਨਾ ਸ਼ੁਰੂ ਕਰ ਦਿਓ ਤਾਂ ਇਹਦੇ ਨਾਲ ਜਿਹੜਾ ਹੈ ਤੁਹਾਡਾ ਜਿਹੜਾ ਸਟ੍ਰੈਸ ਹੈ, ਜਿਹੜੇ ਤੁਹਾਡੇ ਥੋਟਸ ਦੀ ਸਪੀਡ ਬਹੁਤ ਜ਼ਿਆਦਾ ਵੱਧ ਗਈ ਸੀ, ਉਹ ਸਲੋ ਹੋਣੀ ਸ਼ੁਰੂ ਹੋ ਜਾਵੇਗੀ। ਔਰ ਤੁਹਾਡੀਆਂ ਬਿਮਾਰੀਆਂ ਵੀ ਤੁਹਾਨੂੰ ਜਿਹੜੀਆਂ ਘਟਣੀਆਂ ਸ਼ੁਰੂ ਹੋ ਜਾਣੀਆਂ। ਜਿਵੇਂ ਸਟ੍ਰੈਸ ਘਟਣ ਲੱਗ ਗਿਆ, ਤੁਹਾਡੀਆਂ ਬਿਮਾਰੀਆਂ ਵੀ ਘਟਣ ਲੱਗ ਜਾਣਗੀਆਂ। ਫਿਰ ਕਹਿੰਦੇ ਨੇ ਆਪਣੀ ਹੌਬੀ ਦੇ ਨਾਲ ਕਨੈਕਟ ਹੋਵੋ। ਕੀ ਕਰਨਾ ਤੁਹਾਨੂੰ ਅੱਛਾ ਲੱਗਦਾ ਹੈ, ਕਿਹੜੀ ਤੁਹਾਡੀ ਹੌਬੀ ਹੈ। ਕਿਸੇ ਦੀ ਸਿੰਗਿੰਗ ਹੋ ਸਕਦੀ ਹੈ, ਕਿਸੇ ਦੀ ਡਾਂਸਿੰਗ ਹੋ ਸਕਦੀ, ਕਿਸੇ ਦੀ ਕੀਰਤਨ ਕਰਨਾ ਹੋ ਸਕਦੀ, ਕਿਸੇ ਦੀ ਕੁਕਿੰਗ ਹੋ ਸਕਦੀ, ਕਿਸੇ ਦੀ ਕੁਛ ਵੀ ਤੁਹਾਨੂੰ ਆਪਣੀ ਹੌਬੀ ਬਾਰੇ ਪਤਾ ਹੁੰਦਾ। ਕਿਸੇ ਨੂੰ ਪੇਂਟਿੰਗ ਹੋ ਸਕਦਾ। ਜਦੋਂ ਤੁਸੀਂ ਆਪਣੀ ਹੌਬੀ ਦੇ ਨਾਲ ਜੁੜਦੇ ਹੋ, ਉਦੋਂ ਸਾਰੇ ਜਿਹੜੇ ਨੇ ਫਜ਼ੂਲ ਵਿਚਾਰ ਜਿਹੜੇ ਨੇ, ਮੀਨਿੰਗਲੈਸ ਥਾਟਸ ਜਿਹੜੇ ਨੇ, ਉਹ ਤੁਹਾਨੂੰ ਬਾਏ ਬਾਏ ਕਰਨ ਲੱਗ ਜਾਂਦੇ ਨੇ, ਕਿਉਂਕਿ ਤੁਸੀਂ ਉਹਦੀ ਡੈਪਥ ਵਿੱਚ ਜਾਣ ਲੱਗ ਜਾਂਦੇ ਹੋ। ਸੋ ਆਪਣੀ ਹੌਬੀ ਦੇ ਨਾਲ ਜ਼ਰੂਰ ਜੁੜੋ। ਸਨਲਾਈਟ ਦੇ ਵਿੱਚ ਜਾਓ। ਸਵੇਰੇ ਜਦੋਂ ਚੜ੍ਹਦਾ ਸੂਰਜ ਆ, ਉਦੋਂ ਘੱਟ ਤੋਂ ਘੱਟ 15 ਮਿੰਟ ਤੋਂ ਲੈ ਕੇ ਅੱਧਾ ਘੰਟਾ ਤੱਕ ਜਿਨ੍ਹਾਂ ਨੂੰ ਵੀ ਐਂਗਜ਼ਾਇਟੀ ਦੀ ਪ੍ਰੋਬਲਮ ਹੈ, ਉਹਨਾਂ ਨੂੰ ਇਹ ਸਨਲਾਈਟ ਲੈਣੀ ਚਾਹੀਦੀ ਹੈ। ਨੇਚਰ ਦੇ ਨਾਲ ਜੁੜੋ। ਇਹ ਰਿਸਰਚਸ ਦੱਸ ਰਹੀਆਂ ਨੇ। ਪਲਾਂਟਸ ਦੇ ਨਾਲ ਜੁੜੋ ਤੁਸੀਂ, ਨੇਚਰ ਦੇ ਵਿੱਚ ਬਾਹਰ ਨਿਕਲੋ, ਤੁਸੀਂ ਟਰੀਜ਼ ਨੂੰ ਦੇਖੋ, ਪਲਾਂਟਸ ਨੂੰ ਦੇਖੋ, ਜਾਂ ਆਪਣੀ ਜੋ ਵੀ ਤੁਸੀਂ ਛੋਟਾ ਜਿਹਾ ਕੋਈ ਗਾਰਡਨ ਬਣਾਇਆ ਹੋਇਆ ਉਹਦੀ ਕੇਅਰ ਕਰਨੀ ਤੁਸੀਂ ਸ਼ੁਰੂ ਕਰ ਦਿਓ, ਤਾਂ ਉਸ ਵਕਤ ਵੀ ਤੁਸੀਂ ਦੇਖੋਗੇ ਵੀ ਤੁਹਾਡੇ ਜਿਹੜੇ ਨੇ ਇਹ ਅੰਦਰਲਾ ਸਟ੍ਰੈਸ ਜਿਹੜਾ ਉਹ ਰਿਲੀਜ਼ ਹੁੰਦਾ ਹੈ। ਔਰ ਮਸਾਜ ਕਰਵਾਓ ਆਪਣੀ, ਕਿਉਂਕਿ ਮਸਾਜ ਕਰਨ ਦੇ ਨਾਲ ਜਿਹੜਾ ਕੋਰਟੀਸੋਲ ਲੈਵਲ ਹੈ ਨਾ, ਉਹ ਤੁਹਾਡਾ ਘਟਦਾ ਹੈ। ਕੋਰਟੀਸੋਲ ਲੈਵਲ ਘਟ ਜਾਂਦਾ। ਇੱਕ ਸਟ੍ਰੈਸ ਹਾਰਮੋਨ ਹੈ, ਇਹ ਪਰਮਾਤਮਾ ਨੇ ਸਾਡੇ ਅੰਦਰ ਇਹ ਬਣਾਇਆ ਹੈ। ਥੋੜਾ ਸਟ੍ਰੈਸ ਅੱਛਾ ਹੁੰਦਾ ਹੈ, ਜਿਹਦੇ ਨਾਲ ਅਸੀਂ ਅਲਰਟ ਹੁੰਦੇ ਹਾਂ, ਐਕਟਿਵ ਹੁੰਦੇ ਹਾਂ। ਪਰ ਜਦੋਂ ਇਹ ਵਧੀ ਜਾਂਦਾ ਹੈ ਸਟ੍ਰੈਸ ਲੈਵਲ, ਤਾਂ ਫਿਰ ਉਹਦੇ ਲਈ ਜ਼ਰੂਰੀ ਹੈ ਤੁਸੀਂ ਮਸਾਜ ਕਰਾਓ ਆਪਣੀ ਬਾਡੀ ਦੀ। ਉਹਦੇ ਨਾਲ ਤੁਹਾਡਾ ਇਹ ਨਿਕਲੇਗਾ, ਰਿਲੀਜ਼ ਹੋਵੇਗਾ ਜਿਹੜਾ ਐਕਸਟਰਾ ਸਾਨੂੰ ਸਤਾਈ ਜਾ ਰਿਹਾ ਜਿਹੜਾ ਸਟ੍ਰੈਸ ਲੈਵਲ ਹੈ। ਵਿਜ਼ੂਅਲਾਈਜੇਸ਼ਨ ਕਰੋ। ਇਹ ਹੁਣ ਰਿਸਰਚਰ ਸਾਨੂੰ ਦੱਸ ਰਹੇ ਨੇ, ਵਿਜ਼ੂਅਲਾਈਜ਼ ਕਰੋ। ਕੀ ਕਰੋ ਵਿਜ਼ੂਅਲਾਈਜ਼? ਨਹੀਂ ਤੁਹਾਨੂੰ ਕੁਛ ਵੀ ਨਵਾਂ ਕੀਤਾ ਜਾ ਰਿਹਾ, ਕਿਉਂਕਿ ਤੁਸੀਂ ਤਾਂ ਨੈਗੇਟਿਵਿਟੀ ਵਿੱਚ ਸਟਕ ਹੋਏ ਹੋ। ਪੁਰਾਣੀਆਂ ਖੁਸ਼ੀ ਦੀਆਂ ਗੱਲਾਂ ਯਾਦ ਕਰੋ। ਤਾਂ ਉਹ ਜਦੋਂ ਤੁਸੀਂ ਪੁਰਾਣੀਆਂ ਖੁਸ਼ੀ ਦੀਆਂ ਗੱਲਾਂ ਯਾਦ ਕਰਦੇ ਹੋ, ਤੁਹਾਡੇ ਅੰਦਰ ਖੁਸ਼ੀ, ਹੈਪੀਨੈਸ ਜਿਹੜੀ ਤੁਸੀਂ ਉਦੋਂ ਫੀਲ ਕਰਨੀ ਸ਼ੁਰੂ ਕਰ ਦੋਗੇ। ਜਾਂ ਫਿਰ ਆਪਣਾ ਫਿਊਚਰ ਵਿਜ਼ੂਅਲਾਈਜ਼ ਕਰੋ। ਵਧੀਆ ਵਧੀਆ ਖੁਸ਼ੀ ਵਾਲੇ ਮੂਮੈਂਟ ਜਿਹੜੇ ਵਿਜ਼ੂਅਲਾਈਜ਼ ਕਰਕੇ ਉਹਨੂੰ ਤੁਸੀਂ ਉਹ ਦੇਖਦੇ ਰਹੋ, ਡੇਲੀ ਦੇਖੋ, ਵਾਰ-ਵਾਰ ਦੇਖੋ। ਜਾਂ ਫੈਮਿਲੀ ਇਕੱਠੀ ਹੋ ਕੇ ਇੱਦਾਂ ਦੀਆਂ ਗੱਲਾਂ ਕਰਨ ਲੱਗ ਜਾਓ ਜਿਹਦੇ ਨਾਲ ਉਹ ਜਿਹੜਾ ਉਹ ਖੁਸ਼ ਹੋਣਾ ਸ਼ੁਰੂ ਹੋ ਜਾਵੇ। ਚੰਗਾ ਹੀ ਚੰਗਾ ਬੋਲੋ, ਉਹਦੇ ਅੱਗੇ ਨੈਗੇਟਿਵ ਨਾ ਬੋਲੋ। ਸੋ ਵਿਜ਼ੂਅਲਾਈਜੇਸ਼ਨ ਜਿਹੜੀ ਹੈ ਇਹ ਬਹੁਤ ਹੈਲਪ ਕਰਦੀ ਹੈ, ਕਿਉਂਕਿ ਜੋ ਵੀ ਅਸੀਂ ਸਾਡੇ ਅੰਦਰ ਸਟ੍ਰੈਸ ਹੈ, ਨੈਗੇਟਿਵਿਟੀ ਹੈ, ਡਰ, ਫਿਕਰ, ਚਿੰਤਾ, ਇਹ ਵੀ ਤੁਸੀਂ ਦੇਖੋ ਅੰਦਰ ਪਿਕਚਰ ਬਣੀ ਜਾ ਰਹੀ ਹੈ। ਜਿਹੜਾ ਵੀ ਡਰ ਹੈ, ਫਿਕਰ ਹੈ, ਪਾਸਟ ਦੀਆਂ ਯਾਦਾਂ ਨੇ, ਅੰਦਰ ਪਿਕਚਰ ਬਣ ਰਹੀ ਹੈ। ਤਾਂ ਵਿਜ਼ੂਅਲਾਈਜੇਸ਼ਨ ਦੇ ਵਿੱਚ ਵੀ ਤੁਸੀਂ ਪਿਕਚਰ ਜਿਹੜੀ ਹੈ ਬਣਾਉਂਦੇ ਹੋ, ਤਾਂ ਉਹ ਖੁਸ਼ੀਆਂ ਵਾਲੀ ਬਣਾਓ, ਚੰਗੀ ਬਣਾਓ। ਜਿੱਦਾਂ ਦਾ ਤੁਸੀਂ ਲਾਈਫ ਚਾਹੁੰਦੇ ਹੋ ਤੁਹਾਡੀ ਹੋਵੇ, ਉੱਦਾਂ ਦੀ ਵਿਜ਼ੂਅਲਾਈਜੇਸ਼ਨ ਕਰੋ। ਆਪਣੀ ਫਿਜ਼ੀਕਲ ਹੈਲਥ ਦੇ ਲਈ, ਮੈਂਟਲ ਹੈਲਥ ਦੇ ਲਈ, ਆਪਣੇ ਰਿਲੇਸ਼ਨਸ ਦੇ ਲਈ, ਆਪਣੀ ਸਪਿਰਿਟ ਦੇ ਲਈ। ਸੋ ਉੱਦਾਂ ਦੀ ਵਿਜ਼ੂਅਲਾਈਜੇਸ਼ਨ ਕਰੋ। ਇਹਦੇ ਉੱਤੇ ਅਸੀਂ ਟੌਪਿਕ ਬਣਾਇਆ ਵੀ ਹੈ, ਆਪ ਜੀ ਫਿਰ ਦੇਖ ਲਿਓ। ਤੋ ਪ੍ਰੈਜ਼ੈਂਟ ਦੀਆਂ ਐਕਟੀਵਿਟੀਜ਼ ਦੇ ਵਿੱਚ ਧਿਆਨ ਦਿਓ। ਜੋ ਵੀ ਤੁਸੀਂ ਕੰਮ ਕਰ ਰਹੇ ਹੋ, ਬਿਲਕੁਲ ਉਹਦੇ ਵਿੱਚ ਤੁਸੀਂ ਡੁੱਬਣਾ ਸ਼ੁਰੂ ਕਰੋ। ਖਾਣਾ ਖਾ ਰਹੇ ਹੋ,
ਤਾਂ ਪੂਰਾ ਉਹਦਾ ਟੇਸਟ ਨੂੰ ਇੰਜੋਏ ਕਰੋ, ਕੀ ਖਾਣਾ ਬਣਿਆ ਦੇਖੋ ਟੇਬਲ ਦੇ ਉੱਤੇ ਸਾਰਾ ਕੁਝ ਅੱਛੀ ਤਰ੍ਹਾਂ। ਸੋ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਉਹਦਾ ਵੀ ਸਾਰਾ ਕੁਝ ਉਹਦਾ ਓਬਜ਼ਰਵ ਕਰੋ। ਕਈ ਵਾਰ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਤਾਂ ਆਪਣੇ ਅੰਦਰ ਖੋਏ ਹੋਏ ਆ। ਨਹੀਂ, ਮੰਨ ਲਓ ਹਸਬੈਂਡ ਨੂੰ ਹੈ, ਵਾਈਫ ਨੂੰ ਨਾਲ ਗੱਲ ਕਰ ਰਿਹਾ, ਉਹਦੇ ਦੇਖੋ ਉਹਨੇ ਕਿਹੜੀ ਡਰੈਸ ਪਹਿਨੀ ਹੈ, ਉਹਦੇ ਹੇਅਰ ਸਟਾਈਲ ਕੀ ਹੈ। ਸੋ ਇਹਦੇ ਨਾਲ ਤੁਸੀਂ ਪ੍ਰੈਜ਼ੈਂਟ ਵਿੱਚ ਆਈ ਜਾਂਦੇ ਹੋ, ਤਾਂ ਤੁਹਾਡੀ ਉਹ ਚੇਨ ਜਿਹੜੀ ਘਟੀ ਜਾਂਦੀ ਹੈ। ਸੋ ਇੱਦਾਂ ਹੀ ਵਾਈਫ ਆਪਣੇ ਹਸਬੈਂਡ ਦਾ ਜਾਂ ਕਿਸੇ ਨੂੰ ਵੀ ਜਿਹਦੇ ਨਾਲ ਵੀ ਅਸੀਂ ਗੱਲ ਕਰ ਰਹੇ ਹੋ, ਉਹਨੂੰ ਪੂਰਾ ਚੰਗੀ ਤਰ੍ਹਾਂ ਦੇਖੋ, ਇਹਨੇ ਸ਼ੂਜ਼ ਕਿਹੜੇ ਪਹਿਨੇ ਨੇ, ਇਹਦੀ ਡਰੈਸ ਕੀ ਹੈ, ਇਹਦਾ ਹੇਅਰ ਸਟਾਈਲ ਕੀ ਹੈ, ਇਹਦੇ ਨੈਣ ਨਕਸ਼ ਕੀ ਨੇ। ਇੱਦਾਂ ਦੇਖਣ ਦੇ ਨਾਲ ਵੀ ਤੁਸੀਂ ਪ੍ਰੈਜ਼ੈਂਟ ਵਿੱਚ ਆਉਂਦੇ ਹੋ। ਖਾਣਾ ਖਾਂਦੇ ਹੋ, ਨਹਾਉਂਦੇ ਹੋ, ਵਾਕ ਕਰਦੇ ਹੋ, ਤਾਂ ਆਪਣੇ ਵਿੱਚ ਅਵੇਅਰਨੈਸ ਰੱਖੋ। ਐਕਸਰਸਾਈਜ਼ ਕਰਨ ਨਾਲ ਤਾਂ ਨੈਚੁਰਲ ਤੁਸੀਂ ਆਪਣੇ ਕੋਲ ਆਉਣ ਲੱਗ ਜਾਂਦੇ ਹੋ। ਤੇ ਡਿਸਿਪਲਿਨ ਲਾਈਫ ਦਾ ਬਹੁਤ ਜ਼ਰੂਰੀ ਹੈ। ਥੋੜਾ ਕਹਿੰਦੇ ਡਿਸਿਪਲਿਨ ਥੋੜਾ ਬਣਾਉਣਾ ਸ਼ੁਰੂ ਕਰੋ, ਵੀ ਇੰਨੇ ਵਜੇ ਮੈਂ ਰੋਜ਼ ਉੱਠਣਾ, ਇੰਨੇ ਵਜੇ ਮੈਂ ਸੌਣਾ ਆ, ਇੰਨੇ ਵਜੇ ਮੈਂ ਇਹ ਕੰਮ ਕਰਨਾ, ਇਹ ਕਰਨਾ। ਉਹਦੇ ਨਾਲ ਕੀ ਹੋਵੇਗਾ, ਇਹ ਤੁਸੀਂ ਆਪਣੇ ਉੱਤੇ ਕੰਟਰੋਲ ਕਰਨਾ ਸ਼ੁਰੂ ਕਰ ਦੋਗੇ ਅਗਰ ਡਿਸਿਪਲਿਨ ਦੇ ਵਿੱਚ ਤੁਸੀਂ ਆ ਗਏ। ਸੋ ਡਿਸਿਪਲਿਨ ਤਾਂ ਵੈਸੇ ਹੀ ਲਾਈਫ ਵਿੱਚ ਸੰਗਤ ਜੀ ਬਹੁਤ ਜ਼ਰੂਰੀ ਹੈ। ਤੇ ਨਾਲ ਮਿਊਜ਼ਿਕ ਸੁਣੋ, ਉਹ ਮਿਊਜ਼ਿਕ ਸੁਣੋ ਜਿਹੜਾ ਤੁਹਾਡੇ ਮੂਡ ਨੂੰ ਬੂਸਟ ਕਰਦਾ ਹੈ, ਉੱਦਾਂ ਦਾ ਮਿਊਜ਼ਿਕ ਤੁਸੀਂ ਸੁਣੋ। ਮਿਊਜ਼ਿਕ ਜਿਨ੍ਹਾਂ ਨੂੰ ਇਹ ਬਿਮਾਰੀ ਹੈ, ਉਹ ਤੁਸੀਂ ਜ਼ਰੂਰ ਇਹ ਗੱਲਾਂ ਕਰੋ ਤਾਂ ਕਿ ਦਵਾਈਆਂ ਦਾ ਸਹਾਰਾ ਨਾ ਲੈਣਾ ਪਵੇ। ਅਸੀਂ ਆਪਣੀ ਲਾਈਫ ਨੂੰ ਜਿਹੜਾ ਇੰਜੋਏ ਕਰ ਪਾਈਏ, ਵਧੀਆ ਜੀ ਪਾਈਏ। ਜਿਹੜਾ ਬੰਦਾ ਆਪਣੇ ਮਨ ਦੇ ਵਿੱਚ ਤਾਂ ਸਟਕ ਹੋਇਆ ਹੈ, ਉਹਨੇ ਲਾਈਫ ਨੂੰ ਕੀ ਇੰਜੋਏ ਕਰਨਾ, ਉਹ ਤਾਂ ਬਾਕੀਆਂ ਦੇ ਨਾਲ ਵੀ ਬਾਕੀਆਂ ਨੂੰ ਦੇ ਕੋਲ ਵੀ ਸ਼ਾਂਤੀ ਫੈਲਾਈ ਜਾਵੇਗਾ। ਸੋ ਸਾਰਿਆਂ ਨੇ ਕੰਮ ਕਰਨਾ ਸੰਗਤ ਜੀ ਆਪਣੇ ਆਪ ਦੇ ਉੱਤੇ। ਆਪ ਵੀ ਨਿਕਲੋ ਬਾਹਰ, ਦੂਸਰਿਆਂ ਨੂੰ ਵੀ ਕੱਢਣਾ ਇਸ ਦੇ ਵਿੱਚੋਂ ਬਾਹਰ। ਤੇ ਫਿਰ ਉਹ ਕਹਿੰਦੇ ਨੇ ਜਿਹੜਾ ਬ੍ਰੇਨ ਦੇ ਲਈ ਜਿਹੜਾ ਹੈਲਥੀ ਫੂਡ ਆ ਨਾ, ਉਹ ਤੁਸੀਂ ਖਾਓ। ਉਹ ਕਿਹੜਾ ਆ, ਉਹ ਡਾਈਟ ਕਿੱਦਾਂ ਦੀ ਆ, ਉਹ ਟ੍ਰਿਪਟੋਫੈਨ ਰਿਚ ਡਾਈਟ ਲਓ। ਇਹ ਆਮ ਸਾਡੇ ਘਰਾਂ ਵਿੱਚ ਆ ਸਾਰਾ ਕੁਝ। ਇਹਦੇ ਵਿੱਚ ਕੀ ਹੈ, ਇਹ ਜਿਹੜੀ ਟ੍ਰਿਪਟੋਫੈਨ ਰਿਚ ਡਾਈਟ ਆ, ਇਹ ਕੀ ਕਰੇਗੀ, ਇਹਦੇ ਨਾਲ ਸਾਡਾ ਸੈਰੋਟੋਨਿਨ ਲੈਵਲ ਜਿਹੜਾ ਉਹ ਵੱਧਦਾ ਆ, ਜਿਹੜਾ ਕਿ ਰਿਸਪੌਂਸੀਬਲ ਆ ਉਹ ਹਾਰਮੋਨ ਜਿਹੜਾ ਸਾਡੀ ਖੁਸ਼ੀ ਦੇ ਲਈ, ਜਿਹਦੇ ਨਾਲ ਅਸੀਂ ਖੁਸ਼ ਹੁੰਦੇ ਹਾਂ। ਇਹਦੇ ਨਾਲ ਕੀ ਆ, ਇਹ 'ਚ ਕਿਹੜਾ ਇਹਨਾਂ ਨੇ ਦੱਸਿਆ, ਦੁੱਧ ਜਿਹਨਾਂ ਨੂੰ ਸੂਟ ਕਰਦਾ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਲੈ ਲਿਆ ਕਰੋ। ਹਲਦੀ, ਦੁੱਧ ਵਿੱਚ ਹਲਦੀ ਪਾ ਲਿਆ ਕਰੋ, ਬੋਇਲ ਕਰਕੇ ਉਹਨੂੰ ਪੀ ਲਿਆ ਕਰੋ ਜਿਹਨਾਂ ਨੂੰ ਸੂਟ ਕਰਦੀ। ਪਪਾਇਆ, ਐਪਲ, ਬੈਨਾਨਾ, ਇਹ ਜਿਹੜੇ ਨੇ, ਫਿਰ ਐਲਮੰਡਸ ਨੇ, ਵਾਲਨਟਸ ਨੇ, ਕੈਸ਼ਿਊਜ਼ ਨੇ, ਇਹ ਸਾਰੇ ਜਿਹੜੇ ਨੇ ਤੁਹਾਡੇ ਜਿਹੜਾ ਆਪਣਾ ਟ੍ਰਿਪਟੋਫੈਨ ਜਿਹੜਾ ਹੈ, ਉਹ ਉਹਦੇ ਲਈ ਇਹ ਬਣਾਉਂਦੇ ਨੇ ਸਾਡੀ ਬਾਡੀ ਦੇ ਵਿੱਚ। ਔਰ ਉਹਦੇ ਨਾਲ ਫਿਰ ਜਿਹੜਾ ਹੈ ਕਿ ਸੈਰੋਟੋਨਿਨ ਲੈਵਲ ਸਾਡਾ ਜਿਹੜਾ ਵੱਧਦਾ ਹੈ, ਜਿਹੜਾ ਕਿ ਖੁਸ਼ੀ ਦੇ ਲਈ ਰਿਸਪੌਂਸੀਬਲ ਆ, ਉਹ ਜਿਹੜਾ ਸਾਡਾ ਉਹ ਕੈਮੀਕਲ ਜਿਹੜਾ ਹੈਗਾ ਹੈ। ਸੋ ਵਿਟਾਮਿਨ ਡੀ ਇੱਕ ਤਾਂ ਧੁੱਪ ਤੋਂ ਮਿਲਦੀ ਹੈ। ਮੰਨ ਲਓ ਧੁੱਪ ਹੀ ਨਹੀਂ ਹੈਗੀ ਹੁਣ ਤੁਹਾਡੇ ਕੋਲ, ਤਾਂ ਵਿਟਾਮਿਨ ਡੀ ਲੈਣਾ ਸ਼ੁਰੂ ਕਰੋ। ਔਰ ਦੂਸਰਾ B12, ਇਹ ਦੋ ਚੀਜ਼ਾਂ ਜ਼ਰੂਰ ਲਓ, ਜਿਨ੍ਹਾਂ ਨੂੰ ਵੀ ਇਹ ਨੋਟ ਕਰ ਲਓ ਸੰਗਤ ਜੀ, B12, ਵਿਟਾਮਿਨ ਡੀ, ਇਹ ਤੁਸੀਂ ਡੇਲੀ ਲੈਣਾ ਸ਼ੁਰੂ ਕਰ ਦਿਓ, ਜਾਂ ਤੁਹਾਡਾ ਡਾਕਟਰ ਤੁਹਾਨੂੰ ਦੱਸੇਗਾ ਕਿ ਤੁਹਾਨੂੰ ਕਿੰਨਾ ਬਾਡੀ ਨੂੰ ਜ਼ਰੂਰਤ ਹੈ। ਇੱਕ ਵਾਰ ਟੈਸਟ ਕਰਾ ਲਓ ਔਰ ਇਹਨੂੰ ਲੈਣਾ ਤੁਸੀਂ ਸ਼ੁਰੂ ਕਰੋ। ਇਹ ਤਾਂ ਸਾਰੀਆਂ ਹੋ ਗਈਆਂ ਨੈਚੁਰਲ ਰੈਮੀਡੀਜ਼। ਔਰ ਇਹਦੇ ਨਾਲ ਹੀ ਗਵਰਨਮੈਂਟ ਦੀਆਂ ਰਿਸਰਚਸ ਕਹਿੰਦੀਆਂ ਨੇ ਤੁਸੀਂ ਠੀਕ ਹੋ ਸਕਦੇ ਹੋ। ਲੇਕਿਨ ਮੰਨ ਲਓ ਹੁਣ ਨਹੀਂ ਹੋ ਰਿਹਾ ਹੈ, ਬਹੁਤ ਸਾਲਾਂ 30 ਸਾਲ ਤੋਂ ਜਿਹੜੀ ਇਹ ਹੈਬਿਟ ਇੱਦਾਂ ਦੀ ਪੱਕੀ ਹੋਈ ਹੈ ਵੀ ਡਰ, ਫਿਕਰ, ਘਬਰਾਹਟ, ਚਿੰਤਾ। ਇਹ ਵੀ ਰਿਸਰਚਸ ਨੇ ਦੱਸਿਆ ਕਿ ਜਿਨ੍ਹਾਂ ਨੂੰ ਵੱਡੇ ਹੋ ਕੇ ਐਂਗਜ਼ਾਇਟੀ ਦਾ ਰੋਗ ਬਣ ਜਾਂਦਾ, ਉਹ ਬਚਪਨ ਵਿੱਚ ਵੀ ਉਹਨਾਂ ਦੀ ਡਰ ਵਾਲੀ, ਫਿਕਰ ਵਾਲੀ, ਚਿੰਤਾ ਵਾਲੀ ਨੇਚਰ ਹੋਵੇਗੀ। ਸੋ ਉਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਆ। ਕਈ ਵਾਰ ਅਸੀਂ ਉਹਨੂੰ ਕਹਿੰਦੇ ਨੇ ਤੂੰ ਤਾਂ ਐਵੇਂ ਹੀ ਡਰੀ ਜਾਂਦਾ ਹੈ, ਉਹਦਾ ਕਸੂਰ ਨਹੀਂ ਆ। ਕਈ ਵਾਰ ਜੈਨੇਟਿਕ ਵੀ ਹੋ ਸਕਦਾ, ਤੁਹਾਡੇ ਜੀਨਸ ਵਿੱਚ ਵੀ ਹੋ ਸਕਦਾ। ਔਰ ਕਈ ਵਾਰ ਹਰ ਸਰਕਮਸਟੈਂਸਸ ਇਹੋ ਜਿਹੇ ਮਿਲੇ ਹੁੰਦੇ ਨੇ, ਕੁਝ ਘਟਨਾਵਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਜਿਹੜੀਆਂ ਅੰਦਰੋਂ ਬੰਦਾ ਭੁਲਾ ਨਹੀਂ ਸਕਦਾ, ਪਰ ਉਹਨੂੰ ਹੁਣ ਆਪਣੇ ਤੇ ਕੰਮ ਕਰਨਾ ਪੈਣਾ ਆ ਤਾਂ ਕਿ ਆਪਣੀ ਲਾਈਫ ਨੂੰ ਵਧੀਆ ਜੀਆ ਜਾਵੇ। ਇਹ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਅਗਰ ਇਹ ਕੁਝ ਵੀ ਨਹੀਂ ਕੰਮ ਕਰਦਾ, ਫਿਰ ਟ੍ਰੀਟਮੈਂਟ ਵੱਲ ਆ ਜਾਓ। ਟ੍ਰੀਟਮੈਂਟ ਵਿੱਚ ਇੱਕ ਤਾਂ ਹੈਗਾ ਥੈਰੇਪੀ, ਜਿੱਥੇ ਮੈਡੀਸਨ ਦੀ ਜ਼ਰੂਰਤ ਨਹੀਂ ਆ ਹਾਲੇ ਵੀ। ਸੋ ਤੁਸੀਂ ਉਹਦੇ ਵਿੱਚ ਕਾਉਂਸਲਿੰਗ ਕਰਦੇ ਆ ਤੁਹਾਡੀ, ਤੇ ਕਾਉਂਸਲਿੰਗ ਦੇ ਵਿੱਚ ਤੁਹਾਡੀਆਂ ਪਹੁੰਚਦੇ ਨੇ ਵੀ ਤੁਹਾਨੂੰ ਕੀ ਕਾਰਨ ਆ,
ਫਿਰ ਉਹ 'ਚੋਂ ਤੁਹਾਨੂੰ ਪੋਜ਼ੀਟਿਵ ਕਰਦੇ ਨੇ, ਉਹ 'ਚੋਂ ਕੱਢਦੇ ਨੇ, ਤੁਹਾਨੂੰ ਦੱਸਦੇ ਨੇ। ਆਹੀ ਗੱਲਾਂ ਉਹਨਾਂ ਨੇ ਦੱਸਣੀਆਂ ਜਿਹੜੇ ਅਸੀਂ ਪੁਆਇੰਟ ਡਿਸਕਸ ਕੀਤੇ ਨੇ, ਜਿਹੜੀਆਂ ਸਾਨੂੰ ਅਮਰੀਕਨ ਗਵਰਨਮੈਂਟ ਨੇ, ਕੈਨੇਡੀਅਨ ਗਵਰਨਮੈਂਟ ਨੇ ਸਾਨੂੰ ਦੱਸਿਆ ਵੀ ਤੁਸੀਂ ਇਹ ਕੁਛ ਕਰ ਲਓ। ਕਾਉਂਸਲਰ ਨੇ ਵੀ, ਜੇ ਤੁਸੀਂ ਕਾਉਂਸਲਿੰਗ ਕਰਾਉਣ ਜਾਣਾ, ਉਹਨੇ ਵੀ ਤੁਹਾਨੂੰ ਇਹ ਚੀਜ਼ਾਂ ਦੱਸਣੀਆਂ, ਤੂੰ ਐਕਸਰਸਾਈਜ਼ ਕਰ, ਤੂੰ ਆਹ ਕਰ, ਤੂੰ ਡਾਇਟ ਇੱਦਾਂ ਦੀ ਲੈ। ਹੁਣ ਇਹ ਵੀ ਨਹੀਂ ਅਗਰ ਗੱਲ ਬਣ ਰਹੀ, ਫਿਰ ਤੁਹਾਨੂੰ ਮੈਡੀਕੇਸ਼ਨ ਦੀ ਹੈਲਪ ਲੈ ਲੈਣੀ ਚਾਹੀਦੀ ਹੈ। ਪਰ ਉਹ ਦੱਸ ਰਹੇ ਨੇ ਵੀ ਇਹਦੀ ਐਡਿਕਸ਼ਨ ਬਹੁਤ ਛੇਤੀ ਹੋ ਜਾਂਦੀ ਹੈ, ਕਿਉਂਕਿ ਬੰਦੇ ਨੂੰ ਲੱਗਦਾ ਮੈਂ ਇੰਨੇ ਟਾਈਮ 'ਚ ਸਟ੍ਰੈਸ ਦੇ ਨਾਲ ਲੜੀ ਜਾ ਰਿਹਾ ਸੀ, ਆਹ ਤਾਂ ਚੰਗਾ ਆ ਵੀ ਗੋਲੀ ਲਓ ਤੇ ਤੁਹਾਡਾ ਸਟ੍ਰੈਸ ਜਿਹੜਾ ਉਹ ਰਿਲੀਜ਼ ਹੋ ਗਿਆ। ਸੋ ਰਿਲੀਜ਼ ਨਹੀਂ ਹੋਇਆ, ਜਸਟ ਉਨੇ ਟਾਈਮ ਦੇ ਲਈ ਤੁਸੀਂ ਉਹਦੇ ਵਿੱਚ ਨਹੀਂ ਫਸੇ ਹੋਏ। ਜੋ ਤੁਹਾਡੀ ਦਵਾਈ ਦਾ ਅਸਰ ਹਟਿਆ, ਤੁਸੀਂ ਫਿਰ ਉੱਥੇ ਹੀ ਖੜੇ ਹੋ। ਫਿਰ ਇਹ ਕੋਈ ਸੋਲੂਸ਼ਨ ਨਹੀਂ ਹੈਗਾ। ਪਰ ਅਗਰ ਨਹੀਂ ਗੱਲ ਬਣ ਰਹੀ, ਤੁਹਾਨੂੰ ਇਹ ਲੈਣੀ ਪੈਣੀ ਹੈ। ਪਰ ਇਹ ਪਹਿਲਾਂ ਹੀ ਸਾਰੀਆਂ ਜਿਹੜੀਆਂ ਰੈਮੀਡੀਜ਼ ਨੇ, ਅਸੀਂ ਕਿਉਂ ਨਾ ਇਹਨਾਂ ਦੇ ਉੱਤੇ ਕੰਮ ਕਰ ਲਈਏ। ਹੁਣ ਜਦੋਂ ਬੰਦੇ ਨੂੰ ਲੱਗ ਰਿਹਾ ਮੈਂ ਮਰ ਹੀ ਰਿਹਾ, ਮੈਨੂੰ ਹਾਰਟ ਅਟੈਕ ਨਾ ਹੋ ਜਾਵੇ, ਉਸ ਟਾਈਮ ਤਾਂ ਫਿਰ ਉਹਨੂੰ ਇਹ ਮੈਡੀਸਨ ਜਿਹੜੀ ਆ ਉਹਨੂੰ ਵਿੱਚੋਂ ਕੱਢੇਗੀ ਫਟਾਫਟ ਬਾਹਰ। ਪਰ ਡਾਕਟਰ ਦੇਣ ਵੇਲੇ ਵੀ, ਇੱਥੇ ਮੈਨੂੰ ਇੰਡੀਆ ਦਾ ਨਹੀਂ ਪਤਾ ਕਿਉਂਕਿ ਮੇਰੇ ਕੋਲ ਤਾਂ ਇੱਥੇ ਸੰਗਤਾਂ ਆਉਂਦੀਆਂ ਨੇ, ਤਾਂ ਇੱਥੇ ਅਮਰੀਕਾ ਵਿੱਚ ਵੀ, ਕੈਨੇਡਾ ਵਿੱਚ ਵੀ ਡਾਕਟਰ ਦੇਣ ਵੇਲੇ ਜ਼ਰੂਰ ਕਹਿੰਦੇ ਨੇ ਵੀ ਮੇਕ ਸ਼ੋਰ ਉਦੋਂ ਹੀ ਲੈਣੀ ਹੈ ਜਦੋਂ ਲੱਗਿਆ ਵੀ ਅਸੀਂ ਮਰ ਹੀ ਚੱਲੇ ਹਾਂ। ਉਹ ਤੋਂ ਪਹਿਲਾਂ ਤੁਸੀਂ ਜਿਹੜਾ ਆਪਣੇ ਆਪ ਨੂੰ ਬਾਹਰ ਇਹਨਾਂ ਰੈਮੀਡੀਜ਼ ਦੇ ਨਾਲ ਹੀ ਤੁਸੀਂ ਕੱਢੋ, ਕਿਉਂਕਿ ਉਹ ਕਹਿੰਦੇ ਨੇ ਇਹਦੀ ਐਡਿਕਸ਼ਨ ਹੋਣੀ ਬਹੁਤ ਈਜ਼ੀਲੀ, ਐਡਿਕਸ਼ਨ ਇਹਦੀ ਹੋ ਸਕਦੀ ਹੈ। ਇਵੇਂ ਹੀ ਨਾ ਅਲਕੋਹਲ ਦਾ ਸਹਾਰਾ ਲਓ, ਨਾ ਸਿਗਰਟ ਦਾ ਲਓ, ਨਾ ਹੀ ਕਿਸੇ ਨੀਂਦ ਦੀ ਦਵਾਈ ਦਾ ਤੁਸੀਂ ਸਹਾਰਾ ਲਓ, ਤੇ ਸਿਰਫ ਔਰ ਸਿਰਫ ਤੁਸੀਂ ਇਹਨਾਂ ਉੱਤੇ ਕੰਮ ਕਰੋ ਤਾਂ ਕਿ ਤੁਹਾਨੂੰ ਐਡਿਕਸ਼ਨ ਨਾ ਕਿਸੇ ਚੀਜ਼ ਦੀ ਹੋਵੇ। ਤੇ ਇਹ ਕੀਤਾ ਜਾ ਸਕਦਾ ਹੈ। ਔਰ ਮੈਂ ਤਾਂ ਸਭ ਤੋਂ ਜ਼ਿਆਦਾ ਪਾਵਰਫੁਲ ਇਹੀ ਕਹਾਂਗੀ, ਤੁਸੀਂ ਨਾਮ ਜਪੋ। ਬਾਕੀ ਤਾਂ ਸਾਰਾ ਕੁਝ ਕਰਨਾ ਹੀ ਕਰਨਾ ਹੈ, ਐਕਸਰਸਾइजेस ਵੀ ਕਰਨੀਆਂ, ਅੱਛਾ ਫੂਡ ਵੀ ਲੈਣਾ ਹੈ, तो ਨਾਮ ਜਪੋ, ਬਾਣੀ ਪੜੋ, ਵਿਦ ਮੀਨਿੰਗ ਪੜ੍ਹਨੀ ਸ਼ੁਰੂ ਕਰ ਦਿਓ ਤਾਂ ਕਿ ਸਾਰੇ ਪਾਸਿਓਂ ਧਿਆਨ ਹਟ ਕੇ ਬਾਣੀ ਦੇ ਵਿੱਚ ਅਸੀਂ ਡੁੱਬੀਏ। ਬਾਣੀ ਨੇ, ਨਾਮ ਨੇ ਸਾਨੂੰ ਤਾਕਤ ਦੇਣੀ ਹੀ ਦੇਣੀ ਹੈ। ਗੁਰੂ ਮਹਾਰਾਜ ਕਹਿੰਦੇ ਨੇ, ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੇ ਗੋਪਾਲ। ਤੁਹਾਡਾ ਮਨ ਵੀ ਸੁਖੀ, ਤੁਹਾਡਾ ਤਨ ਵੀ ਸੁਖੀ ਹੋਏਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤਾਂ ਨਾਮ ਦੇ ਉੱਤੇ ਇੰਨਾ ਬਾਣੀ ਵਿੱਚ ਜ਼ਿਕਰ ਕੀਤਾ। ਮਹਾਰਾਜ ਜੀ ਕਹਿੰਦੇ ਨੇ, ਨਾਏ ਸੁਣਿਆ, ਸੁਣੋ, ਜਦੋਂ ਜਪਦੇ ਹੋ ਨਾ ਉਹਨੂੰ ਸੁਣੋ। ਜੇ ਤੁਸੀਂ ਨਹੀਂ ਜਪ ਰਹੇ, ਚਾਹੇ ਤੁਸੀਂ ਲਗਾਇਆ ਹੋਇਆ ਜਾਂ ਸੰਗਤ ਜਪ ਰਹੀ ਹੈ, ਤਾਂ ਉਹਨੂੰ ਸੁਣੋ ਜ਼ਰੂਰ ਨਾਲ। ਸੁਣਨ ਨਾਲ ਕੀ ਹੋਗਾ? ਨਾਏ ਸੁਣਿਆ ਮਨ ਰਹਿਸੀਏ, ਤੁਹਾਡਾ ਮਨ ਪ੍ਰਸੰਨ ਹੋ ਜਾਏਗਾ। ਨਾਮੇ ਸ਼ਾਂਤ ਆਈ, ਤੁਹਾਨੂੰ ਠੰਡ ਪੈ ਜਾਏਗੀ, ਚੈਨ ਆ ਜਾਏਗੀ। ਇਹਦੇ ਵਿੱਚ ਤਾਂ ਸਾਰੀ ਰੈਮੇਡੀ ਦੇ ਦਿੱਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ, ਨਾਮ ਦੇ ਵਿੱਚ ਹੀ ਆ। ਕਹਿੰਦੇ ਤੁਸੀਂ ਖੁਸ਼ ਵੀ ਰਹੋਗੇ ਔਰ ਤੁਹਾਨੂੰ ਸ਼ਾਂਤੀ, ਠੰਡ, ਚੈਨ ਵੀ ਮਿਲ ਜਾਊਗੀ। ਪਰ ਉਹਨੂੰ ਸੁਣਨਾ, ਗੁਰਬਾਣੀ ਦੀ ਕੋਈ ਪੰਕਤੀ ਉਹਨੂੰ ਸੁਣੋ, ਕੀ ਕਹਿ ਰਹੀ ਹੈ, ਕਿਉਂਕਿ ਸੁਣਨ ਤੋਂ ਅੱਗੇ ਮੰਨਣ ਦੀ ਵੀ ਗੁਰੂ ਮਹਾਰਾਜ ਨੇ ਗੱਲ ਕਰ ਦਿੱਤੀ। ਫਿਰ ਉਹ ਮੰਨੋ ਕਿ ਇਹ ਹੁਣ ਨਾਮ ਜਪਿਆ, ਬਾਣੀ ਪੜ੍ਹੀ, ਕੀਰਤਨ ਜੋ ਵੀ ਤੁਸੀਂ ਕਰਦੇ ਹੋ, ਹਨਾ, ਤਾਂ ਇਹਦੇ ਨਾਲ ਫਿਰ ਇਹਨੂੰ ਮੰਨੋ, ਇਹਦੀ 'ਚ ਇੰਨੀ ਤਾਕਤ ਆ, ਹੁਣ ਮੇਰਾ ਤਨ ਵੀ ਠੀਕ, ਮੇਰਾ ਮਨ ਵੀ ਠੀਕ। ਜਿਹੜਾ ਮੰਨਣ ਲੱਗ ਗਿਆ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਹਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮਨ ਸਾਡਾ ਮੰਨ ਲਵੇ, ਨਾਮ ਦੀ ਇੰਨੀ ਤਾਕਤ ਹੈ। ਅਗਰ ਮੰਨ ਲਿਆ ਨਾ ਮਨ ਨੇ, ਫਿਰ ਜਪੇਗਾ ਵੀ, ਫਿਰ ਸੁਣੇਗਾ ਵੀ। ਜਿਹਨੇ ਮੰਨ ਲਿਆ, ਉਹਦੀ ਤਾਂ ਅੰਦਰਲੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਕਿ ਉਹਦਾ ਕੀ ਹੈ ਸਟੇਟ ਆਫ ਮਾਈਂਡ, ਉਹ ਕਿਸ ਅਵਸਥਾ ਦੇ ਉੱਤੇ ਉਹ ਵਿਚਰ ਰਹੇ ਨੇ, ਜਿਨ੍ਹਾਂ ਨੇ ਮੰਨ ਲਿਆ ਨਾਮ ਦੀ ਪਾਵਰ ਨੂੰ, ਨਾਮ ਦੀ ਤਾਕਤ ਨੂੰ। ਸੋ ਘਰ 'ਚ ਸੰਗਤ ਜੀ, ਅਗਰ ਤੁਸੀਂ 2-3 ਜਾਣੇ ਇਕੱਠੇ ਰਹਿੰਦੇ ਹੋ, ਤਾਂ ਇੱਕ ਟਾਈਮ ਫਿਕਸ ਰੱਖ ਲਓ, ਸਾਰੇ ਜਾਣੇ ਇਕੱਠੇ ਬੈਠ ਕੇ ਉਦੋਂ ਬੰਦਗੀ ਕਰੋ। ਬੋਲਣ ਦੇ ਨਾਲ ਬੜਾ ਫਰਕ ਪੈਂਦਾ। ਇੱਕ ਪੰਕਤੀ ਉਹ ਬੋਲੇ, ਇੱਕ ਜਣਾ ਦੂਸਰਾ ਬੋਲੇ। ਵਾਹਿਗੁਰੂ ਵੀ ਕਰ ਰਹੇ ਹਾਂ ਤਾਂ ਇੱਕ ਜਣਾ ਬੋਲੇ ਅੱਗੇ, ਬਾਕੀ ਜਾਣੇ ਪਿੱਛੇ ਬੋਲਣ। ਇਹਦੇ ਨਾਲ ਤੁਸੀਂ ਦੇਖੋ, ਇੱਕ ਤਾਂ ਕਲੈਕਟਿਵ ਐਨਰਜੀ, ਜਦੋਂ ਚੁੱਪ ਆ ਮਨ ਪਤਾ ਨਹੀਂ ਕਿੱਥੇ ਗਿਆ ਹੋਇਆ। ਜਦੋਂ ਆਪਸ ਦੇ ਵਿੱਚ ਸ਼ੇਅਰ ਕਰਕੇ ਸਾਰੇ ਇਕੱਠੇ ਮਿਲ ਕੇ ਬੋਲਦੇ ਹਾਂ, ਤਾਂ ਉਹ ਦੇਖੋ ਨੈਗੇਟਿਵਿਟੀ ਤੁਹਾਡੀ ਦੂਰ ਹੁੰਦੀ ਕਿ ਨਹੀਂ। ਇਕੱਲਾ ਇਹ ਨਹੀਂ ਕਿ ਤੁਸੀਂ ਠੀਕ ਹੋਵੋਗੇ, ਤੁਹਾਡਾ ਘਰ ਦੀਆਂ ਸਾਰੇ ਰੋਗ ਠੀਕ ਹੋ ਜਾਣਗੇ। ਜੋ ਨੈਗੇਟਿਵਿਟੀ, ਜੋ ਪਰੇਸ਼ਾਨੀਆਂ, ਜੋ ਵਿਘਨ, ਜੋ ਸੰਕਟ, ਇਹ ਸਭ ਨਿਕਲਣ ਲੱਗ ਜਾਣਗੇ। ਸੋ ਇੰਨੀ ਇਨਰ ਸਟਰੈਂਥ ਜਾਗੇਗੀ, ਤੁਹਾਡੀ ਵਿਲ ਪਾਵਰ ਸਟਰੋਂਗ ਹੋਣ ਲੱਗ ਜਾਏਗੀ। ਸੋ ਸਮੱਸਿਆਵਾਂ ਨਹੀਂ ਲੱਗਣਗੀਆਂ, ਤੁਹਾਨੂੰ ਸੋਲੂਸ਼ਨ ਲੱਭਣ ਲੱਗ ਜਾਣਗੇ। ਇਹਦੇ ਲਈ ਹੁਣ ਸਾਨੂੰ ਕੀ ਕਰਨਾ ਚਾਹੀਦਾ?
नहीं तो फिर वो ਜਿਹੜਾ ਸਟ੍ਰੈਸ ਲਈ ਜਾਵਾਂਗੇ, ਆਹ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ, ਫਿਰ ਹੋਏਗਾ ਵੀ ਇਹ ਪਾਰਟ ਆਫ ਲਾਈਫ ਹੈ। ਜ਼ਿੰਦਗੀ ਸਾਰਿਆਂ ਦੇ ਕਿਸੇ ਨਾ ਕੁਛ ਹੁੰਦਾ। ਰੋਗ ਵੀ ਆਉਂਦੇ ਨੇ, ਸੋਗ ਵੀ ਆਉਂਦੇ ਨੇ, ਕਦੀ ਘਾਟੇ ਪੈਂਦੇ ਨੇ, ਕਦੀ ਪ੍ਰੋਫਿਟ ਹੁੰਦਾ, ਕਦੀ ਕੋਈ ਸਾਨੂੰ ਮਿਲਦਾ, ਕਦੀ ਕੋਈ ਵਿਛੜਦਾ, ਕੋਈ ਸਾਨੂੰ ਚੀਟ ਕਰ ਜਾਂਦਾ, ਕੋਈ ਸਾਡਾ ਹੈਲਪਰ ਬਣਦਾ। ਇਹ ਪਾਰਟ ਆਫ ਲਾਈਫ ਆ ਸਾਰਾ ਕੁਛ। ਫਿਰ ਇੰਨਾ ਫਿਰ ਸਮਝ ਆਉਣ ਲੱਗ ਜਾਏ। ਨਹੀਂ ਤਾਂ ਬੰਦਾ ਕਹਿੰਦਾ ਇਹ ਮੇਰੇ ਨਾਲ ਹੁਣ ਕਿਉਂ ਹੋ ਗਿਆ। ਇਹ ਨਹੀਂ ਹੋਣਾ ਚਾਹੀਦਾ। ਸਾਡੇ ਕਹੇ ਤੇ ਨਹੀਂ ਇਹ ਬਦਲਣਾ। ਹਾਂ, ਸਾਡੀ ਸੋਚ ਬਦਲ ਗਈ ਤਾਂ ਸਾਨੂੰ ਉਹ ਪ੍ਰੋਬਲਮ ਲੱਗਣ ਦੀ ਬਜਾਏ ਅਸੀਂ ਉਹ ਸੋਲੂਸ਼ਨ ਉਹਦਾ ਲੱਭਣ ਲੱਗ ਜਾਵਾਂਗੇ। ਜੋ ਅਸੀਂ ਕਰ ਸਕਦੇ ਹਾਂ, ਅਸੀਂ ਕਰਨਾ ਸ਼ੁਰੂ ਕਰ ਦੇਵਾਂਗੇ। ਇੰਨੀ ਨਾਮ ਵਿੱਚ ਤਾਕਤ, ਇੰਨੀ ਬਾਣੀ ਵਿੱਚ ਤਾਕਤ ਸੰਗਤ ਜੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ, ਨਾਏ ਸੁਣੀਏ ਮਨ ਤ੍ਰਿਪਤੀ ਹੈ, ਸਭ ਦੁੱਖ ਗਵਾਈ। ਕੰਟੈਂਟਮੈਂਟ ਵੀ ਆਉਂਦੀ ਹੈ ਨਾਮ ਦੇ ਨਾਲ, ਹੈ ਸੈਟਿਸਫੈਕਸ਼ਨ ਆ ਜਾਂਦੀ ਹੈ। ਤੁਹਾਡਾ ਪੇਨ, ਦੁੱਖ ਜਿਹੜਾ ਦੂਰ ਹੋ ਜਾਂਦਾ। ਨਾਏ ਸੁਣਿਆ ਨਾਉ ਉਪਜੈ ਨਾਮੇ ਵਡਿਆਈ। ਹੁਣ ਮਹਾਰਾਜ ਜੀ ਕਹਿੰਦੇ ਨਾਮ ਸੁਣਨ ਨਾਲ ਤੁਸੀਂ ਉਹ ਫੇਮਸ ਹੋ ਜਾਂਦੇ ਹੋ। ਨਾਮ ਦੀ ਇੰਨੀ ਵਡਿਆਈ ਹੈ, ਤੁਹਾਨੂੰ ਹੀ ਲੋਕ ਜਾਣਨ ਲੱਗ ਜਾਂਦੇ ਨੇ। ਹਾਲੇ ਤਾਂ ਤੁਸੀਂ ਲੁਕਦੇ ਹੋ ਨਾ, ਵੀ ਪਤਾ ਨਹੀਂ ਲੋਕ ਬਾਰੇ ਮੈਨੂੰ ਕੀ ਜੱਜ ਕਰਦੇ ਨੇ। ਫਿਰ ਤਾਂ ਤੁਹਾਨੂੰ ਵਡਿਆਈਆਂ ਮਿਲਣ ਲੱਗ ਜਾਂਦੀਆਂ ਨੇ। ਨਾਮ ਦੀ ਇੰਨੀ ਤਾਕਤ ਆ ਇਹਦੇ ਵਿੱਚ। ਨਾਮੇ ਹੀ ਸਭ ਜਾਤ ਪਤ, ਨਾਮੇ ਗਤ ਪਾਈ, ਹੈ ਨਾ। ਮਹਾਰਾਜ ਜੀ ਕਹਿੰਦੇ ਨੇ ਉਹ ਨਾਮ ਦੇ ਨਾਲ ਹੀ ਹੈ ਸਾਰਾ ਕੁਛ। ਇੱਜ਼ਤ ਵੀ ਇਹਦੇ ਨਾਲ ਹੀ ਮਿਲਦੀ, ਗਤੀ ਵੀ ਇਹਦੇ ਨਾਲ, ਮੁਕਤੀ ਵੀ ਨਾਮ ਦੇ ਨਾਲ ਹੀ ਮਿਲਦੀ। ਆ ਮਨ ਨਹੀਂ ਮੁਕਤ ਹੋਣਾ ਨਾ ਜਿਹੜਾ ਫਸਿਆ ਹੋਇਆ। ਸੈਲਵੇਸ਼ਨ, ਮੁਕਤੀ ਮਿਲੇਗੀ ਨਾਮ ਦੇ ਨਾਲ। ਗੁਰਮੁਖ ਨਾਮ ਤੇ ਆਈਐ, ਨਾਨਕ ਲਿਵ ਲਾਈ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦਾ ਗੁਰੂ ਵੱਲ ਮੁੱਖ ਹੈ, ਜਿਹੜੇ ਗੁਰੂ ਦਾ ਕਹਿਣਾ ਮੰਨਦੇ ਨੇ, ਗੁਰੂ ਦੇ ਵਚਨ ਕਮਾਉਂਦੇ ਨੇ, ਉਹ ਨਾਮ ਨੂੰ ਧਿਆਉਂਦੇ ਨੇ। ਉਹਨਾਂ ਦੀ ਫਿਰ ਲਿਵ ਹੀ ਜੁੜ ਜਾਂਦੀ, ਉਹਨਾਂ ਦਾ ਨਾਮ ਦੇ ਨਾਲ ਕਨੈਕਸ਼ਨ ਜੁੜਦਾ ਹੈ। ਤੇ ਨਾਮ ਮੰਨਣ ਦੀਆਂ ਮਾਰੇ ਕਹਿੰਦੇ, ਨਾ ਮੰਨੀਏ ਸੁਖ ਉਪਜੈ, ਨਾਮੇ ਗਤ ਹੋਈ। ਸੁਖ ਮਿਲਦਾ ਨਾਮ ਜਪਣ ਨਾਲ, ਗਤੀ ਹੁੰਦੀ ਹੈ ਸਾਡੀ ਨਾਮ ਦੇ ਨਾਲ। ਨਾ ਹੀ ਮੰਨੀਏ ਪਤ ਪਾਈਏ, ਹਿਰਦੈ ਹਰ ਸੋਈ। ਇੱਜ਼ਤ ਮਿਲਦੀ, ਵਡਿਆਈਆਂ ਮਿਲਦੀਆਂ ਨੇ। ਤਾਂ ਨਾਲ ਕੀ ਹਿਰਦੇ ਵਿੱਚ ਉਹ ਵਸ ਜਾਂਦਾ, ਉਹ ਪਿਆਰਾ ਜਿਹਦਾ ਨਾਮ ਜਪਦੇ ਆ ਨਾ ਪਰਮਾਤਮਾ ਦਾ, ਉਹ ਪਿਆਰਾ ਹੀ ਵਸ ਜਾਂਦਾ ਹਿਰਦੇ ਵਿੱਚ। ਨਾ ਹੀ ਮੰਨੀਏ ਭਾਵ ਜਲ ਲੰਘੀਏ, ਫਿਰ ਬਿਗਨ ਨਾ ਹੋਈ। ਆ ਭਾਵਨਾ ਦਾ ਸੰਸਾਰ, ਆ ਇਮੋਸ਼ਨਸ ਦੇ ਜਿੱਥੇ ਸਟਕ ਹੋਏ ਹਮ, ਇਹ ਤੁਹਾਰੇ ਕਹਿੰਦੇ ਭਵ ਸਾਗਰ ਚੋਂ ਲੰਘ ਜਾਓਗੇ, ਬਿਗਨ ਹੀ ਨਹੀਂ ਲੱਗੇਗਾ ਕੋਈ। ਇਹੀ ਰੋਕਦੇ ਨੇ ਨਾ ਸਾਨੂੰ, ਸਾਡੀ ਨੈਗੇਟਿਵਿਟੀ, ਸਾਡੇ ਇਮੋਸ਼ਨਸ, ਜਿਹੜਾ ਸਾਨੂੰ ਆਪਣੇ ਸੈਲਫ ਤੱਕ ਨਹੀਂ ਪਹੁੰਚਣ ਦਿੰਦੇ। ਮਹਾਰਾਜ ਜੀ ਕਹਿੰਦੇ ਨੇ ਤੁਹਾਨੂੰ ਬਿਗਨ ਹੀ ਨਹੀਂ ਲੱਗੂਗਾ ਇਹਨਾਂ ਚੀਜ਼ਾਂ ਦਾ। ਨਾਮ ਚ ਇੰਨੀ ਤਾਕਤ ਹੈ। ਨਾ ਇਹ ਮੰਨੀਏ ਪੰਥ ਪ੍ਰਗਟਾ, ਨਾਮੇ ਸਭ ਲੋਈ। ਸੱਚਾ ਰਸਤਾ ਹੀ ਮਿਲ ਜਾਂਦਾ ਤੁਹਾਨੂੰ, ਪੰਥ, ਰਸਤਾ, ਮਾਰਗ। ਔਰ ਨਾਮੇ ਸਭ ਲੋਈ, ਪ੍ਰਕਾਸ਼, ਤੁਸੀਂ ਐਨਲਾਈਟਨ ਹੋ ਜਾਂਦੇ ਹੋ, ਸੱਚਾ ਗਿਆਨ ਜਾਗਰਤ ਹੋ ਜਾਂਦਾ। ਨਾਨਕ ਸਤਿਗੁਰ ਮਿਲਿਏ, ਨਾਉ ਮੰਨੀਏ, ਜਿਸ ਦੇਵੈ ਸੋਈ। ਸੋ ਜਦੋਂ ਨਾਮ ਜਪਦੇ ਆ, ਸੁਣਦੇ ਆ, ਤਾਂ ਉਹ ਪਰਮਾਤਮਾ ਫਿਰ ਦਿੰਦਾ ਹੈ, ਉਹਨੂੰ ਹੀ ਦਿੰਦਾ ਹੈ। ਕਹਿੰਦੇ ਦਿੰਦਾ ਉਹਨਾਂ ਨੂੰ ਆ, ਹੈ ਨਾ। ਤੇ ਉਹੀ ਨਾਮ ਨੂੰ ਮੰਨ ਵੀ ਉਹੀ ਸਕਦੇ ਜਿਨ੍ਹਾਂ ਨੂੰ ਪਰਮਾਤਮਾ ਦੇ ਦਿੰਦਾ ਹੈ। ਸੋਹਣੇ ਪਰਮਾਤਮਾ ਦਾ ਮੈਸੇਜ ਹੈ ਨਾ ਗੁਰਬਾਣੀ ਵਿੱਚੋਂ, ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀ। ਭਾਈ ਤੁਸੀਂ ਨਾਮ ਸੁਣੋ, ਨਾਮ ਜਪੋ, ਨਾਮ ਮੰਨੋ। ਇਹਦਾ ਮਤਲਬ ਇਹ ਸਾਨੂੰ ਸੁਨੇਹਾ ਦਿੱਤਾ ਪਰਮਾਤਮਾ ਨੇ ਆਪਣੇ ਨਾਮ ਦਾ। ਤੋ ਸਾਰੇ ਜਣੇ ਨਾਮ ਦੇ ਨਾਲ ਜੁੜੀਏ। ਬਾਕੀ ਜੋ ਸਾਡੀਆਂ ਨੈਚੁਰਲ ਰੈਮੀਡੀਜ਼ ਨੇ, ਸਾਰੀਆਂ ਅਸੀਂ ਉਹ ਕਰੀਏ। ਇਹ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਨਾ। ਸਾਡੀ ਫਿਜ਼ੀਕਲ ਹੈਲਥ ਲਈ ਵੀ, ਸਾਡੀ ਮੈਂਟਲ ਹੈਲਥ ਲਈ, ਸਾਡੇ ਰਿਲੇਸ਼ਨਸ ਅੱਛੇ ਹੋ ਜਾਣ, ਸਾਡੀ ਸੋਸ਼ਲ ਲਾਈਫ ਅੱਛੀ ਹੋ ਜਾਵੇ, ਅਸੀਂ ਬੜੇ ਕੌਨਫੀਡੈਂਸ ਦੇ ਨਾਲ ਆਪਣਾ ਜਿਹੜਾ ਵੀ ਕਿਰਤ ਕਮਾਈਆਂ ਉਹ ਕਰ ਪਾਈਏ। ਤੋ ਸਾਡੀ ਜਿਹੜੀ ਰੂਹ ਹੈ ਹਲਕੀ ਰਵੇ, ਵਾਹਿਗੁਰੂ ਜੀ ਦੇ ਨਾਲ ਜੁੜੀ ਰਵੇ। ਇਹ ਸਾਰਿਆਂ ਨੇ ਅਸੀਂ ਇਹ ਸਾਰਾ ਕੁਛ ਹੀ ਕਰਨਾ ਹੈ ਸੰਗਤ ਜੀ। ਤੋ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਵੀ ਅਰਦਾਸ ਬੇਨਤੀ ਕੀਤੀ ਗਈ ਸੀ ਕਿ ਗੁਰੂ ਮਹਾਰਾਜ ਜੀ ਸਾਰੀਆਂ ਸੰਗਤਾਂ ਤੁਹਾਡੀਆਂ ਬਲੈਸਿੰਗਸ ਲੈਣ ਦੇ ਲਈ ਜੁੜ ਬੈਠਦੀਆਂ ਨੇ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜਿਓ। ਹੁਣ ਵੀ ਬੇਨਤੀ ਹੈ ਕਿ ਗੁਰੂ ਮਹਾਰਾਜ ਜੀ, ਹੈ ਅਕਾਲ ਪੁਰਖ, ਪਾਰ ਬ੍ਰਹਮ ਪਰਮਾਤਮਾ ਜੀ, ਸਾਰੀ ਸੰਗਤ ਨੂੰ ਬਲੈਸ ਕਰੋ। ਸਭ ਦੇ ਰੋਗ, ਸੋਗ, ਵਿਘਨ, ਕਸ਼ਟ ਦੂਰ ਕਰਕੇ ਤਾਂ ਸਾਰਿਆਂ ਨੂੰ ਤੁਸੀਂ ਆਪਣੇ ਪ੍ਰੇਮ ਵਿੱਚ, ਆਪਣੇ ਨਾਮ ਦੇ ਰੰਗ ਵਿੱਚ ਰੰਗੋ। ਤਾਂ ਸਾਰਿਆਂ ਨੂੰ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ੋ। ਤਨ ਵੀ ਤੰਦਰੁਸਤ, ਮਨ ਵੀ ਤੰਦਰੁਸਤ, ਰੂਹ ਵੀ ਜਿਹੜੀ ਹੈ ਉਹ ਆਪ ਜੀ ਦੇ ਨਾਲ ਜੁੜੀ ਰਹੇ। ਹਿਰਦੇ ਵਿੱਚ ਤੁਹਾਡਾ ਵਾਸਾ ਸਾਰੀਆਂ ਸੰਗਤਾਂ ਮਹਿਸੂਸ ਕਰਨ। ਐਸੀਆਂ ਆਪਣੀਆਂ ਰਹਿਮਤਾਂ ਕਰੋ, ਐਸੀਆਂ ਆਪਣੀਆਂ ਬਖਸ਼ਿਸ਼ਾਂ ਸਾਰੀ ਸੰਗਤ ਦੇ ਉੱਤੇ ਦਾਤਾ ਜੀ ਕਰੋ ਜੀ। ਸੰਗਤ ਜੀ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਹਮੇਸ਼ਾ ਹੀ ਆਪਣੀਆਂ ਆਸੀਸਾਂ ਬਣਾ ਕੇ ਰੱਖਣਾ। ਤੁਹਾਡੀਆਂ ਸੰਗਤਾਂ ਦੀ ਚਰਨਾਂ ਦੀ ਧੂੜੀ ਦੇ ਪਿੱਛੇ ਗੁਰੂ ਮਹਾਰਾਜ ਜੀ ਸਾਨੂੰ ਵੀ ਸੰਗਤ ਵਿੱਚ ਬਿਠਾ ਲੈਂਦੇ ਨੇ। ਕੋਟਾਨ ਕੋਟਾਨ ਸ਼ੁਕਰਾਨਾ। ਹਿਰਦੇ ਦੀਆਂ ਗਹਿਰਾਈਆਂ ਤੋਂ ਸਾਰੀਆਂ ਸੰਗਤਾਂ ਨੂੰ ਪ੍ਰੇਮ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।